बंदन पाद पंकज बंदन सिमरो अंगद दुख निकंदन अमरदास गोर हृदय नित ध्यावो हृदय नित ध्यावो श्री गुरु रामदास गुण गावो अर्जन विघ्न न के नाशक गुरु विघ्न न के नाशक श्री हर गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाए भोरी तेग बहादुर गुर परम कृपाला परम कृपाला गुरु गोविंद सिंह विशाला तरुण तरा तार पुन पुन सीसा पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों पर अनुराग श्री गुरु शब्द कमाए जिन जीते पंच विकार संतन को बंदना सिर चरणन पर तार कंकारा सतगुरु ते प्रसाद सच होए वाहिगुरु जी की फतेह विघ्न विनाशन सोए कंकारा सतगुरु ते प्रसाद सच होए वाहिगुरु जी की फतेह विघ्न विनाशन सोए सतनाम श्री वाहिगुरु साहिब जी दोहरा पई प्रात सतगुर तबै शस्त्र बस्त्र को पाए अलंकार दीपत रतन सुंदर रूप सुहाए पई प्रात सतगुर तबै वाहिगुरु जी का खालसा वाहिगुरु जी की फतेह। तन तन सतगुरु श्री गुरु तेग बहादुर साहब महाराज जी दे महान पावन पवित्र भजन बंदगी तप स्थान गुरुद्वारा श्री भोरा साहिब जी पातशाही नौवीं विखे सतगुरु श्री गुरु ग्रंथ साहिब महाराज जी की परम पवित्र हजूरी दे अंदर जुड़ मिल बैठे हाजरियां भर रहे गुरु प्यारी खालसा साध संगत जी सतगुरु जी ने अपार बख्शिश कृपालता की है जो सत संगत दियां घड़ियां प्राप्त हो रही हैं चल रही लड़ीवार गुरु इतिहास की कथा अंदर कल आप प्रसंग श्रवण किए ने पहाड़ी राजे जदों हार के भजे गुरु के खालसे तो भीमचंद अर्गे राजिया ने सलाह की ये की कारण बनया भी गुरु के तां सिंह थोड़े सन साडा दल वड्डा सी साडे जरनैल भी बलिया चंद आलम चंद वड्डे जरनैल कहाउंदे सन पर फिर भी हार गए कहंदे हीला करिए कुछ दिल्ली दे विच सूबे नूं लिख के चिट्ठी भेजी है अज तां साडे नाल गुरु गोबिंद सिंह महाराज
ਲੜਾਈ ਝਗੜਾ ਕਰ ਰਹੇ ਨੇ। ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੀ ਦਿੱਲੀ ਮੱਲਣਗੇ, ਤੁਹਾਡੇ ਨਾਲ ਵੀ ਜੰਗ ਜੁੱਧ ਕਰਨਗੇ। ਹੁਣੇ ਹੁਣੇ ਇਹਨਾਂ ਦਾ ਕੁਝ ਕੀਤਾ ਜਾ ਸਕਦਾ ਹੈ। ਤੁਸੀਂ ਫੌਜਾਂ ਭੇਜੋ, ਅਸੀਂ ਮਦਦ ਕਰਾਂਗੇ। ਗੁਰੂ ਸਾਹਿਬ ਨੂੰ ਇਸ ਦੇਸ਼ 'ਚੋਂ ਕੱਢ ਦਈਏ। ਕੁਝ ਮਾਇਆ ਵੀ ਭੇਜੀ ਆ ਤੇ ਸੂਬੇ ਦਿੱਲੀ ਨੇ ਕਿਹਾ ਵੀ ਕੋਈ ਨਹੀਂ, ਮੈਂ ਔਰੰਗਜ਼ੇਬ ਨੂੰ ਚਿੱਠੀ ਲਿਖਦਾ, ਜਿਵੇਂ ਹੁਕਮ ਆਇਆ ਉਵੇਂ ਆਪਾਂ ਕਰਾਂਗੇ। ਇੱਧਰ ਗੁਰੂ ਕਾ ਖਾਲਸਾ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ। ਮਹਾਰਾਜ ਦੇ ਹਜ਼ੂਰ ਬਹੁਤ ਸੰਗਤ ਦਰਸ਼ਨ ਕਰ ਰਹੀ ਹੈ, ਨਮਸਕਾਰਾਂ ਕਰ ਰਹੇ ਨੇ, ਮੱਥਾ ਟੇਕ ਕੇ ਪਟਾਵਾਂ ਚੜਾ ਰਹੇ ਨੇ। ਸਲਾਰਦੀਨ ਕਾਜੀ ਭਲਾ ਬੰਦਾ ਸੀ। ਮਹਾਰਾਜ ਦੇ ਕੋਲ ਬੈਠਿਆਂ ਇਹਦੇ ਮਨ ਵਿੱਚ ਸ਼ੰਕਾ ਆਇਆ। ਕਹਿੰਦਾ ਸਤਿਗੁਰੂ ਜੀ, ਤੁਸੀਂ ਮੱਥਾ ਕਿਉਂ ਟਿਕਾਉਂਦੇ ਹੋ, ਅਰਦਾਸਾਂ ਕਿਉਂ ਕਰਦੇ ਹੋ? ਕਿਸੇ ਨੂੰ ਕਹਿੰਦੇ ਤੈਨੂੰ ਧਨ ਮਿਲੇਗਾ, ਕਿਸੇ ਨੂੰ ਕਹਿੰਦੇ ਹੋ ਪੁੱਤਰ ਮਿਲੇਗਾ, ਜਦੋਂ ਕਿ ਇਹ ਲਿਖਿਆ ਹੋਇਆ ਹੈ ਇਸਲਾਮ ਦੇ ਗ੍ਰੰਥਾਂ ਦੇ ਵਿੱਚ, ਸਨਾਤਨੀਆਂ ਹਿੰਦੂਆਂ ਦੇ ਗ੍ਰੰਥਾਂ ਦੇ ਵਿੱਚ, ਇੱਥੋਂ ਤੀਕਰ ਵੀ ਆਪ ਜੀ ਦੀ ਬਾਣੀ ਵਿੱਚ ਵੀ ਲਿਖਿਆ, ਇਹ ਲੇਖ ਨਾ ਮਿਟਾਈ ਹੈ ਸਖੀ ਸਖੀ ਜੋ ਲਿਖਿਆ ਧੁਰ ਕਰਤਾਰ। ਵੀ ਜਦੋਂ ਧੁਰੋ ਜੋ ਲਿਖਿਆ ਉਹੀ ਮਿਲਣਾ, ਫਿਰ ਤੁਹਾਨੂੰ ਮੱਥਾ ਟੇਕਣ ਦਾ ਕੀ ਫਾਇਦਾ? ਫਿਰ ਤੁਸੀਂ ਇਹ ਝੂਠ ਕਿਉਂ ਕਹਿੰਦੇ ਹੋ ਵੀ ਤੈਨੂੰ ਧਨ ਮਿਲੇਗਾ, ਤੈਨੂੰ ਪੁੱਤਰ ਮਿਲੇਗਾ? ਸਤਿਗੁਰੂ ਕਹਿੰਦੇ ਬੜਾ ਸੋਹਣਾ ਸਵਾਲ ਕੀਤਾ। ਕਈ ਸਿੱਖਾਂ ਦਾ ਸਵਾਲ ਐਸਾ ਹੋ ਸਕਦਾ। ਇੱਕ ਮੋਹਰ ਵਿਖਾਈ, ਮਹਾਰਾਜ ਕਹਿੰਦੇ ਵੀ ਅੱਜ ਸਟੈਂਪ ਹੈ, ਮੋਹਰ ਛਾਪ ਹੈ ਤੇ ਅੱਖਰ ਲਿਖੇ ਨੇ। ਕਹਿੰਦਾ ਹਾਂ। ਸਤਿਗੁਰੂ ਕਹਿੰਦੇ ਪੜ੍ਹ ਕੇ ਦੱਸਾਂ ਕੀ ਲਿਖਿਆ? ਕਹਿੰਦਾ ਮਹਾਰਾਜ ਨਹੀਂ ਪਤਾ ਲੱਗਦਾ। ਸ਼ਾਹੀ ਲੈ ਕੇ ਉਹਦੇ ਨਾਲ ਬਲੇਜ ਕਰਕੇ ਲਵੇੜ ਕੇ ਕਾਗਜ਼ ਦੇ ਉੱਤੇ ਮੋਹਰ ਲਾਈ, ਸਟੈਂਪ ਲਾਈ, ਅੱਖਰ ਸਿੱਧੇ ਦਿਖੇ, ਸੌਖਾ ਹੀ ਪੜ੍ਹਿਆ ਗਿਆ। ਦੇਖ ਦੇਖ ਫਤਿਹ। ਮਹਾਰਾਜ ਕਹਿੰਦੇ ਹੁਣ ਪੜ੍ਹਿਆ ਜਾਂਦਾ? ਕਹਿੰਦਾ ਹਾਂ, ਹੁਣ ਤਾਂ ਸਿੱਧਾ ਸਾਫ਼ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ ਧੁਰੋਂ ਲੇਖ ਲਿਖੇ ਆ, ਜਿਵੇਂ ਸਟੈਂਪ ਦੇ, ਜਿਵੇਂ ਇਸ ਮੋਹਰ ਛਾਪ ਦੇ ਅੱਖਰ ਪੁੱਠੇ ਨੇ, ਇਸੇ ਤਰ੍ਹਾਂ ਮੱਥੇ ਦੇ ਲੇਖ ਲਿਖੇ ਹੋਏ ਨੇ ਸਾਰਿਆਂ ਦੇ ਪੁੱਠੇ। ਜਦੋਂ ਕੋਈ ਸ਼ਰਧਾ ਦੀ ਸਿਆਹੀ ਦੇ ਨਾਲ ਬਲੇਜ਼ ਹੋ ਕੇ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੇ ਉੱਤੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਭਾਵਨਾ ਰੱਖ ਕੇ ਮੱਥਾ ਟੇਕਦਾ ਹੈ, ਉਹ ਮੱਥੇ ਦੇ ਲਿਖੇ ਹੋਏ ਲੇਖ ਜਿਹੜੇ ਹਨ ਸਟੰਪ ਲਾ ਕੇ ਕਾਗਜ਼ ਦੇ ਜਿਵੇਂ ਸਿੱਧੇ ਹੋ ਜਾਂਦੇ। ਗੁਰੂ ਨੂੰ ਮੱਥਾ ਟੇਕਿਆ, ਗੁਰੂ ਨੂੰ ਸ਼ਰਧਾ ਭਾਵਨਾ ਦੇ ਨਾਲ ਨਮਸਕਾਰ ਕੀਤਿਆਂ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ, ਜਿਸ ਕਰਕੇ ਫਲਦੇ ਨੇ। ਅਸੀਂ ਮਹਾਰਾਜ ਕਹਿੰਦੇ ਸਿੱਖਾਂ ਦੇ ਪੁੱਠੇ ਲੇਖ ਸਿੱਧੇ ਕਰਦੇ ਹਾਂ। ਸ਼ਰਨੀ ਪੈ ਗਿਆ ਮਹਾਰਾਜ, ਧੰਨ ਹੋ ਆਪ ਜਿਹੜੇ ਸੰਸਾਰ ਦਾ ਭਲਾ ਕਰ ਰਹੇ ਹੋ। ਇੱਥੋਂ ਤੱਕ ਆਪਾਂ ਕੱਲ ਪ੍ਰਸੰਗ ਸਰਵਣ ਕੀਤੇ ਹਨ। ਜਿਵੇਂ ਅੱਗੇ ਸਿੱਖਿਆਦਾਇਕ ਸਾਖੀਆਂ ਆ ਰਹੀਆਂ ਨੇ, ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੋ। ਸਾਰੀ ਸੰਗਤ ਦੀ ਲਵਾਓ ਹਾਜ਼ਰੀ, ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਈ ਪ੍ਰਾਤ ਸਤਿਗੁਰ ਤਬੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਨੇ ਰਾਤ ਦੇ ਸਮੇਂ। ਅੰਮ੍ਰਿਤ ਵੇਲਾ ਹੋਇਆ ਹੈ ਜਿਸ ਸਮੇਂ, ਉਹ ਤਦੋਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਸ਼ਸਤਰ ਬਸਤਰ ਕਉ ਪਾਏ। ਸੋਹਣੇ ਸ਼ਸਤਰ ਮਹਾਰਾਜ ਨੇ ਸਜਾਲੇ। ਪਹਿਲਾਂ ਸੋਹਣਾ ਬਾਣਾ ਪਾ ਲਿਆ, ਬਸਤਰ ਪਾ ਕੇ ਸ਼ਸਤਰ ਸਜਾ ਲਏ, ਸ੍ਰੀ ਸਾਹਿਬ ਗਾਤਰੇ ਪਾ ਕੇ ਰਾਮ ਜੰਗਾ ਕਮਰ ਕੱਸੇ ਦੇ ਵਿੱਚ ਮਹਾਰਾਜ ਨੇ ਰੱਖ ਲਿਆ। ਮੋਢੇ ਤੇ ਤੀਰਾਂ ਦਾ ਪੱਛਾ, ਹੱਥ ਦੇ ਵਿੱਚ ਧਨੁਖ ਪਕੜ ਲਿਆ। ਇਵੇਂ ਤਿਆਰ ਬਰ ਤਿਆਰ ਹੋ ਗਏ ਮਹਾਰਾਜ। ਅਲੰਕਾਰ ਦੀਪਤ ਰਤਨ। ਫਿਰ ਐਸੇ ਗਹਿਣੇ ਜਿਨ੍ਹਾਂ ਦੇ ਵਿੱਚ ਰਤਨ ਜੜੇ ਹੋਏ ਨੇ, ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਹੈ ਦੀਪਤ, ਦੀਵੇ ਦੀ ਨਿਆਈ ਕਹਿੰਦੇ ਪ੍ਰਕਾਸ਼ ਰਿਹਾ, ਜਗਮਗ ਜਗਮਗ ਕਰ ਰਿਹਾ ਹੈ। ਸੁੰਦਰ ਰੂਪ ਸੁਹਾਏ। ਐਸੇ ਰਤਨਾਂ ਦੇ ਜੜਤ ਗਹਿਣੇ ਮਹਾਰਾਜ ਸਾਹਿਬ ਜੀ ਨੇ ਪਹਿਨੇ ਹੋਏ ਨੇ। ਕਲਗੀਧਰ ਮਹਾਰਾਜ ਜੀ ਦਾ ਬੜਾ ਸੋਹਣਾ ਸਰੂਪ ਹੈ।
ਜਿਹੜਾ ਵੀ ਦਰਸ਼ਨ ਕਰਦਾ ਹੈ ਨਿਹਾਲ ਹੁੰਦਾ ਮਹਾਰਾਜ ਬੜੇ ਸੋਭਨੀਕ ਹੋ ਰਹੇ ਹਨ। ਚੌਪਈ ਸਭਾ ਸਥਾਨ ਆਨ ਗੁਰ ਪੂਰੇ। ਆ ਧੰਨ ਗੁਰੂ ਕਲਗੀਧਰ ਮਹਾਰਾਜ ਜਿੱਥੇ ਸਭਾ ਸਥਾਨ ਹੈ, ਜਦੋਂ ਤਿਆਰ ਹੋ ਗਏ, ਜਿੱਥੇ ਦੀਵਾਨ ਲਾਉਂਦੇ ਸਨ ਨਿਤ ਉੱਥੇ ਆਏ ਹਨ। ਸੁਣ ਕਰ ਪਹੁੰਚੇ ਸਿੰਘ ਹਜ਼ੂਰੇ। ਸਿੰਘਾਂ ਨੂੰ ਪਤਾ ਲੱਗਾ ਵੀ ਮਹਾਰਾਜ ਦੀਵਾਨ 'ਚ ਪਹੁੰਚ ਗਏ ਨੇ। ਕੁਝ ਸਿੰਘ ਤਾਂ ਪਹਿਲਾਂ ਹੀ ਆਏ ਸੀ, ਜਿਹੜੇ ਨਹੀਂ ਸੀ ਪਹੁੰਚੇ ਉਹ ਵੀ ਛੇਤੀ ਛੇਤੀ ਤਿਆਰ ਹੋ ਕੇ ਵੀ ਗੁਰੂ ਸਾਹਿਬ ਪਹੁੰਚ ਗਏ ਨੇ, ਅਸੀਂ ਲੇਟ ਹੋ ਗਏ, ਦੇਰ ਨਾ ਮਹਾਰਾਜ ਕੋ ਜਾਵਾਂਗੇ, ਸਤਿਗੁਰੂ ਨਾਰਾਜ਼ ਹੋਣਗੇ। ਇਸ ਭਾਵਨਾ ਦੇ ਨਾਲ ਬੜੀ ਛੇਤੀ ਗੁਰੂ ਸਾਹਿਬ ਦੇ ਹਜ਼ੂਰ ਪਹੁੰਚ ਗਏ। ਸਿਰ ਨਮਰੀ ਕਰ ਦਰਸ਼ਨ ਚਿਤੇ। ਆ ਮਹਾਰਾਜ ਸਾਹਿਬ ਦੇ ਅੱਗੇ ਆ ਕੇ ਸੀਸ ਨਵਾਇਆ, ਨਮਸਕਾਰ ਕੀਤੀ ਗੁਰੂ ਕੇ ਸਿੰਘਾਂ ਨੇ, ਤੇ ਸਤਿਗੁਰਾਂ ਦੇ ਦਰਸ਼ਨ ਜਿੱਤੇ ਦਰਸ਼ਨ ਵੇਖੇ, ਮਹਾਰਾਜ ਦੇ ਦਰਸ਼ਨ ਕੀਤੇ ਨੇਤਰਾਂ ਦੇ ਨਾਲ। ਵਾਹਿਗੁਰੂ ਜੀ ਕੀ ਕਹੇ ਫਤਿਹ। ਜਦੋਂ ਗੁਰੂ ਕੇ ਸਿੰਘ ਕਲਗੀਧਰ ਮਹਾਰਾਜ ਨੂੰ ਮੱਥਾ ਟੇਕਦੇ ਤੇ ਸਤਿਗੁਰਾਂ ਦੇ ਸਾਹਮਣੇ ਖਲੋਂਦੇ ਨੇ, ਕਹਿੰਦੇ ਹੇ ਗੁਰੂ ਕਲਗੀਧਰ ਪਾਤਸ਼ਾਹ, ਇਹ ਬਾਜਾਂ ਵਾਲੇ ਸਤਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇ ਫਤਿਹ ਬੁਲਾਉਂਦੇ ਹਨ। ਲਗਿਓ ਦੀਵਾਨ ਖਾਲਸਾ ਆਇਓ। ਦੀਵਾਨ ਸੱਜ ਗਿਆ ਹੈ ਜਦੋਂ ਗੁਰੂ ਦਾ ਸਾਰਾ ਖਾਲਸਾ ਚੱਲ ਕੇ ਆ ਗਿਆ। ਸੁਰਗਨ ਮਹਿ ਜਿਵੇਂ ਇੰਦਰ ਸੁਹਾਇਓ। ਮਹਾਰਾਜ ਦੀ ਸ਼ੋਭਾ ਏਦਾਂ ਹੈ ਜਿਵੇਂ ਬਹੁਤ ਦੇਵਤਿਆਂ ਦੇ ਵਿੱਚ ਕਹਿੰਦੇ ਇੰਦਰ ਬੈਠਾ ਹੋਵੇ। ਇੰਦਰ ਦੀ ਜਿਹੜੀ ਸ਼ੋਭਾ ਬਹੁਤ ਜ਼ਿਆਦੀ ਮੰਨੀ ਹੈ ਵਿਦਵਾਨਾਂ ਨੇ ਵੀ ਇੰਦਰ ਦੀ ਸਭਾ ਵਰਗੀ ਸਭਾ ਨਹੀਂ ਕਿਸੇ ਦੀ। ਪਰ ਜਦੋਂ ਕਲਗੀਧਰ ਮਹਾਰਾਜ ਦੀਵਾਨ ਵਿੱਚ ਬਰਾਜਦੇ ਨੇ ਤੇ ਕਹਿੰਦੇ ਵੀ ਕਰੋੜਾਂ ਇੰਦਰਾਂ ਦੀ ਜਿਹੜੀ ਸ਼ੋਭਾ ਹੈ ਉਹ ਵੀ ਮਹਾਰਾਜ ਦੇ ਅੱਗੇ ਫਿੱਕੀ ਪੈਂਦੀ ਹੈ। ਜੋ ਸੰਗਤ ਦਰਸ਼ਨ ਹਿਤ ਆਈ। ਜਿਹੜੀ ਸਿੱਖ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਈ ਹੈ। ਕਰ ਨਮੋ ਥਿਰੇ ਸਮੁਦਾਇ। ਸਾਰੇ ਹੀ ਪਾਤਸ਼ਾਹ ਨੂੰ ਵਾਰੀ ਵਾਰੀ ਮੱਥਾ ਟੇਕ ਕੇ ਨਮਸਕਾਰ ਕਰ ਕਰਕੇ ਸਾਰੇ ਹੀ ਟਿਕ ਕੇ ਸਤਿਗੁਰਾਂ ਦੇ ਹਜ਼ੂਰ। ਇਕ ਟਕ ਹੀਰਤ ਹੈ ਨਰ ਨਾਰੀ। ਆ ਸਭ ਮਾਈ ਭਾਈ ਸਿੱਖ ਵੀ ਨੇ ਤੇ ਸਿੱਖਣੀਆਂ ਵੀ ਨੇ, ਬਜ਼ੁਰਗ ਵੀ ਨੇ ਤੇ ਬੱਚੇ ਵੀ ਨੇ, ਜਵਾਨ ਵੀ ਨੇ। ਪਰ ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰਦਾ ਹੈ ਕਹਿੰਦੇ ਵੀ ਟਿਕ ਟਿਕੀ ਲਾ ਕੇ ਇੱਕ ਰਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ। ਸਿਰ ਪਰ ਟੁਰੇ ਚੌਰ ਬਹੁ ਬਾਰੀ। ਕਲਗੀਧਰ ਮਹਾਰਾਜ ਦੇ ਸੀਸ ਤੇ ਵਾਰ-ਵਾਰ ਜਿਹੜਾ ਚੌਰ ਬਰਦਾਰ ਹੈ ਉਹ ਚੌਰ ਚਲਾਉਣ ਦੀ ਸੇਵਾ ਕਰ ਰਿਹਾ ਏ। ਚੌਂਦਿਸ਼ ਦੂਰ ਦੂਰ ਲਗ ਬੈਸੇ। ਦੂਰ ਦੂਰ ਤੀਕਰ ਚਾਰ ਸਫੇਰੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਸਿੱਖ ਸੰਗਤਾਂ ਗੁਰੂ ਕੇ ਖਾਲਸੇ ਬੈਠ ਗਏ। ਉੱਚੇ ਧੁਨ ਬੋਲੇ ਪ੍ਰਭ ਐਸੇ। ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਆਵਾਜ਼ ਉੱਚੀ ਧੁਨ ਦੇ ਵਿੱਚ ਇਸ ਤਰ੍ਹਾਂ ਬੋਲੇ ਹਨ। ਆਸ ਇਸਰੀ ਕੋ ਸੰਗਤ ਮਾਹੀ। ਮਹਾਰਾਜ ਜੀ ਦੇ ਕੋਲ ਕਿਉਂਕਿ ਸਿੱਖ ਵੀ ਬੈਠੇ ਸਨ, ਸਿੱਖਣੀਆਂ ਵੀ ਬੈਠੀਆਂ ਸਨ ਦਰਬਾਰ ਦੇ ਵਿੱਚ, ਜਿਵੇਂ ਆਪ ਹੁਣ ਰਲ ਮਿਲ ਕੇ ਬੈਠੇ ਹੋ। ਤੇ ਉੱਚੀ ਆਵਾਜ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਧ ਸੰਗਤ ਜੀ, ਇਹੋ ਜੀ ਕੋਈ ਇਸਤਰੀ ਕੋਈ ਸਿੱਖਣੀ ਇਸ ਵੇਲੇ ਸੰਗਤ ਦੇ ਵਿੱਚ ਬੈਠੀ ਹੈ ਜਾਂ ਨਹੀਂ? ਮਰਦ ਨਹੀਂ ਫਟਕਾਰਿਓ ਜਾਹੀ। ਜਿਸ ਇਸਤਰੀ ਨੇ ਆਪਣੇ ਜੀਵਨ ਦੇ ਵਿੱਚ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਜਿਹਨੇ ਫਿਟੇ ਲਾਂਤ ਨਾ ਪਾਈ ਹੋਵੇ ਮਰਦ ਨੂੰ। ਛੋਟਾ ਬੜਾ ਹੋਏ ਬੈ ਕੋਈ। ਭਾਵੇਂ ਉਮਰ ਦੇ ਵਿੱਚ ਛੋਟਾ ਹੋਵੇ, ਵੱਡਾ ਹੋਵੇ, ਬੱਚਾ ਹੋਵੇ, ਭਰਾ ਹੋਵੇ, ਬਾਪ ਹੋਵੇ, ਘਰ ਵਾਲਾ ਹੋਵੇ, ਕੋਈ ਵੀ ਹੋਵੇ, ਕਹਿੰਦੇ ਵੀ ਐਸੀ ਔਰਤ ਸੰਗਤ ਦੇ ਵਿੱਚ ਬੈਠੀ ਹੈ ਕੋਈ ਜਿਹਨੇ ਸੰਗਤ ਦੇ ਵਿੱਚ ਮਹਾਰਾਜ ਕਹਿੰਦੇ ਉੱਠ ਕੇ ਦੱਸੋ ਤਾਂ ਸਹੀ ਵੀ ਜਿਹਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ। ਇਹ ਪੁੱਛਣ ਦਾ ਕਾਰਨ ਸੀ ਮਹਾਰਾਜ ਦੇ। ਇਹ ਕਾਰਨ ਸੀ ਗੁਰਦੁਆਰਾ ਸ਼ਹੀਦੀ ਬਾਗ। ਹੁਣ ਵੀ ਜਦੋਂ ਕਿਤੇ ਜਾਓ ਤੁਸੀਂ ਆਨੰਦਪੁਰ ਸਾਹਿਬ, ਉੱਥੇ ਸ਼ਹੀਦੀ ਬਾਗ ਦੇ ਵਿੱਚ ਇੱਕ ਸਤਿਗੁਰੂ ਸਾਹਿਬ ਜੀ ਦੇ ਸਮੇਂ ਦਾ ਬੋਰਡ ਲੱਗਾ ਹੋਇਆ ਹੈ। ਬੋਰਡ ਮਹਾਰਾਜ ਜਦੋਂ ਆਨੰਦਪੁਰ ਦੇ ਵਿੱਚ ਬਰਾਜੇ ਉਹ ਤੋਂ ਵੀ ਪਹਿਲਾਂ ਦਾ ਲੱਗਾ ਸੀ। ਪੁਰਾਤਨ ਬੋਰਡ ਸੀ, ਬਹੁਤ 400-500 ਸਾਲ ਪੁਰਾਣਾ ਹੋਣਾ ਹੈ ਹੁਣ ਦੇ ਹਿਸਾਬ ਦੇ ਨਾਲ। ਉਹ ਸੁੱਕ ਗਿਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬੋਰਡ ਸੁੱਕ ਗਿਆ ਹੈ, ਇਹ ਹਰਾ ਹੋਣਾ ਚਾਹੀਦਾ, ਇਹ ਬੜਾ ਸੋਹਣਾ ਸ਼ਾਨਦਾਰ ਤੁਹਾਡੇ ਬਾਗ ਵਿੱਚ ਲੱਗਾ ਏ ਤੇ ਨਾਲੇ ਮਹਾਰਾਜ ਜੀ ਉਹ ਬੋਰਡ ਦੀ ਸ਼ਾਨ ਚੰਗੀ ਹੁੰਦੀ ਹੈ। ਉਸ ਵੇਲੇ ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਠੀਕ ਹੈ। ਸਤਿਗੁਰੂ ਜੀ ਕਹਿੰਦੇ ਵੀ ਬੋਰਡ ਤਾਂ ਹਰਾ ਹੋ ਜਾਏਗਾ, ਉਸ ਦੇ ਵਾਸਤੇ ਕੋਈ ਇਹੋ ਜੀ ਇਸਤਰੀ ਉਠੋ ਜਿਹਨੇ ਕਦੀ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ। ਕੀ ਸੰਗਤ ਦੇ ਵਿੱਚ
ਕੋਈ ਇਸ ਵੇਲੇ ਹੈ ਤੁਹਾਡੇ ਵਿੱਚੋਂ ਕੋਈ ਬੈਠਾ ਹੈ ਜਿਹਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ? ਜਿਨ੍ਹਾਂ ਸਮਤ ਧਰ ਕਹਿਓ ਨ ਜੋਈ। ਜਿਹਨੇ ਕਹਿੰਦੇ ਵੀ ਚੰਗੀ ਅਕਲ ਬੁੱਧ ਧਾਰਨ ਕਰਕੇ ਦਿਲ ਦੇ ਵਿੱਚ ਚੰਗੀ ਵਿਚਾਰ ਧਾਰਨ ਕਰਕੇ ਆਪਣੇ ਸਾਰੇ ਜੀਵਨ ਦੇ ਵਿੱਚ ਕਦੇ ਵੀ ਕੋਈ ਫਿੱਟੇ ਲਾਂਤ ਦਾ ਸ਼ਬਦ ਮਰਦ ਦੇ ਪ੍ਰਤੀ ਨਾ ਕਿਹਾ ਹੋਵੇ। ਇਹੋ ਜੀ ਕੋਈ ਸਿੱਖਣੀ, ਇਹੋ ਜੀ ਕੋਈ ਔਰਤ ਸੰਗਤ ਵਿੱਚ ਬੈਠੀ ਹੈ ਤਾਂ ਉੱਠ ਕੇ ਖੜੀ ਹੋਵੇ। ਸੰਗਤ ਵਿਖੇ ਸਿੱਖਣੀ ਜੇਤੀ। ਮਹਾਰਾਜ ਸਾਹਿਬ ਜੀ ਨੇ ਜਦੋਂ ਇਦਾਂ ਕਿਹਾ ਨਾ ਵੀ ਕੋਈ ਔਰਤ ਹੈ ਜਿਹਨੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਤਾਂ ਜਿੰਨੀਆਂ ਵੀ ਸਿੱਖਣੀਆਂ ਮਹਾਰਾਜ ਦੇ ਹਜ਼ੂਰ ਸੰਗਤ ਦੇ ਵਿੱਚ ਉਸ ਸਮੇਂ ਬੈਠੀਆਂ ਹੋਈਆਂ ਸਨ। ਗੁਰੂ ਬਾਤ ਸੁਣ ਤੂਸ਼ਨ ਤੇਤੇ। ਮਹਾਰਾਜ ਦਾ ਬਚਨ ਸੁਣ ਕੇ ਸਾਰੀਆਂ ਮਾਈਆਂ ਦੀਆਂ ਨੀਵੀਆਂ ਪੈ ਗਈਆਂ, ਸਭ ਚੁੱਪ ਹੋ ਗਈਆਂ। ਸਤਿਗੁਰੂ ਸਾਹਿਬ ਜੀ ਦੇ ਬਚਨ ਦੇ ਵਜੋਂ ਉੱਤਰ ਨਾ ਕਿਸੇ ਨੇ ਦਿੱਤਾ। ਜੋਰੇ ਇੱਕ ਸਿੱਖ ਕੀਰਤਨੀਆ। ਪਰ ਉਹਨਾਂ ਸਾਰੀਆਂ ਬੀਬੀਆਂ ਦੇ ਵਿੱਚੋਂ ਇੱਕ ਸਿੱਖ ਦੀ ਬੱਚੀ, ਇੱਕ ਸਿੱਖ ਦੀ ਧੀ ਨੇ ਹੱਥ ਜੋੜ ਲਏ, ਕਿਉਂਕਿ ਬੀਜ ਨਾਸ ਨਹੀਂ ਹੁੰਦਾ। ਬਾਕੀ ਦੇ ਸਾਰੀਆਂ ਮਾਈਆਂ ਦੀ ਨੀਵੀਂ ਪੈ ਗਈ। ਕਦੇ ਨਾ ਕਦੇ ਲਾਹਣਤ, ਫਟਕਾਰ, ਸਿਆਪਾ, ਕਈ ਸ਼ਬਦ ਵਰਤ ਕੇ ਕੁਝ ਨਾ ਕੁਝ ਤਾਂ ਕਿਹਾ ਹੀ ਹੁੰਦਾ। ਇੱਕ ਸਿੱਖਣੀ ਉੱਠੀ, ਕਿਉਂਕਿ ਬੀਜ ਨਾਸ ਨਹੀਂ ਹੁੰਦਾ ਕਦੇ ਵੀ, ਤੇ ਉਹਨੇ ਦੋਵੇਂ ਹੱਥ ਜੋੜ ਲਏ। ਕਰੀ ਹੋਏ ਸਭ ਮਹਿ ਬਚ ਭਰੀਆਂ। ਸਾਰੀ ਸੰਗਤ ਦੇ ਵਿੱਚ ਖੜਿਆ ਹੋ ਕੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਸਨਮੁਖ ਉਹ ਸਿੱਖ ਬੱਚੀ, ਉਹ ਔਰਤ ਬੀਬੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਂ ਦੀਨ। ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਬਹੁਤ ਹੀ ਦੀਨ ਗਰੀਬਣੀ ਜੀ, ਨਿਮਾਣੀ ਜੀ ਸਿੱਖਣੀ ਹਾਂ। ਮਰਦਨ ਕਬ ਫਿਟਕਾਰਨ ਕੀ। ਪਰ ਮੈਂ ਸੱਚ ਕਹਿਨੀ ਆ ਮਹਾਰਾਜ, ਮੈਂ ਆਪਣੇ ਜੀਵਨ ਦੇ ਵਿੱਚ ਕਦੀ ਮਰਦ ਦਾ ਮੂੰਹ ਨਹੀਂ ਫਟਕਾਰਿਆ। ਕਦੀ ਵੀ ਮਹਾਰਾਜ ਮੈਂ ਮਰਦ ਨੂੰ ਲਾਹਣਤ ਨਹੀਂ ਪਾਈ ਆਪਣੇ ਜੀਵਨ ਦੇ ਵਿੱਚ। ਆਪਣਾ ਪੁੱਤਰ ਨਾ ਝਿਰਕਿਓ ਕਬਹੀ। ਇਥੋਂ ਤੀਕਰ ਵੀ ਕਿਸੇ ਹੋਰ ਨੂੰ ਤਾਂ ਮੈਂ ਕੀ ਝਿੜਕਣਾ ਹੈ, ਵੀ ਪੁੱਤਰ ਤਾਂ ਛੋਟਾ ਹੈ ਨਾ, ਵੱਡਿਆਂ ਨੂੰ ਤੇ ਕੀ ਕਹਿਣਾ ਮੈਂ, ਜਿਹੜਾ ਮੇਰਾ ਬੱਚਾ, ਮੇਰਾ ਛੋਟਾ ਪੁੱਤਰ ਹੈ ਮਹਾਰਾਜ, ਮੈਂ ਕਦੀ ਉਹਨੂੰ ਵੀ ਫਟਕਾਰ ਨਹੀਂ ਪਾਈ, ਉਹਨੂੰ ਵੀ ਕਦੀ ਲਾਹਣਤ ਨਹੀਂ ਪਾਈ। ਮੈਂ ਮਰਦ ਦਾ ਮੂੰਹ ਨਹੀਂ ਕਦੀ ਫਟਕਾਰਿਆ, ਭਾਵੇਂ ਕੋਈ ਬਿਰਧ ਹੈ, ਭਾਵੇਂ ਕੋਈ ਹਮ ਉਮਰ ਹੈ, ਤੇ ਭਾਵੇਂ ਕੋਈ ਉਮਰ ਦੇ ਵਿੱਚ ਛੋਟਾ ਹੈ। ਇਥੋਂ ਤੀਕਰ ਬੱਚੇ ਦਾ ਵੀ ਮੂੰਹ ਨਹੀਂ ਮਹਾਰਾਜ ਮੈਂ ਫਟਕਾਰਿਆ। ਜਾਤ ਮਰਦ ਕੀ ਲਖਬੜ ਸਭ ਹੀ। ਕਿਉਂਕਿ ਸਾਨੂੰ ਮਰਦ ਦੀ ਜਾਤ ਜਿਹੜੀ ਆ ਨਾ, ਇਹਨੇ ਬਚਾਇਆ ਹੈ ਮਹਾਰਾਜ। ਅਸੀਂ ਇਸ ਕਰਕੇ ਮਰਦ ਦੀ ਜਾਤ ਨੂੰ ਬਹੁਤ ਵੱਡਾ ਜਾਣਿਆ, ਬਹੁਤ ਸਤਿਕਾਰਯੋਗ ਮੰਨਿਆ ਹੈ। ਭਾਵੇਂ ਕਿ ਗੁਰੂ ਘਰ ਦੇ ਵਿੱਚ ਮਹਾਰਾਜ ਸਾਹਿਬ ਦੀ ਬਾਣੀ ਦਾ ਵਾਕ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜ ਆਨ, ਵੀ ਔਰਤ ਨੂੰ ਵੀ ਮੰਦਾ ਨਹੀਂ ਕਿਹਾ ਜਾ ਸਕਦਾ। ਪਰ ਜਿਹੜਾ ਮਰਦ ਹੈ, ਮਰਦ ਦੀ ਵੀ ਵਡਿਆਈ ਹੈ। ਮਾਈ ਕਹਿੰਦੀ ਵੀ ਮੈਂ ਬਹੁਤ ਮਹਾਨ ਜਾਣੀ ਹੈ। ਸਭ ਕਲਗੀਧਰ ਬਾਕ ਬਖਾਨੇ। ਜਦੋਂ ਕਲਗੀਧਰ ਮਹਾਰਾਜ ਨੇ ਇਸ ਸਿੱਖ ਬੱਚੀ ਦੇ ਕੋਲੋਂ ਸੁਣਿਆ ਨਾ ਵੀ ਮਹਾਰਾਜ ਮੈਂ ਕਦੀ ਮਰਦ ਦਾ ਮੂੰਹ ਨਹੀਂ ਫਟਕਾਰਿਆ, ਤਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਸਾਧ ਸਾਧ ਤੁਮ ਜੇ ਇਮ ਜਾਣੇ। ਮਹਾਰਾਜ ਸਾਹਿਬ ਕਹਿੰਦੇ ਸ਼ਾਬਾਸ਼ ਬੇਟਾ, ਸ਼ਾਬਾਸ਼ ਧੀਏ, ਜੇ ਤੂੰ ਏਦਾਂ ਜਾਣਿਆ, ਏਦਾਂ ਆਪਣੇ ਮਨ ਦੇ ਵਿੱਚ, ਆਪਣੀ ਬੁੱਧ ਦੇ ਵਿੱਚ ਚੰਗੀ ਅਕਲ ਗ੍ਰਹਿਣ ਕੀਤੀ ਹੈ ਵੀ ਕਦੀ ਕਿਸੇ ਮਰਦ ਨੂੰ ਫਟਕਾਰ ਨਹੀਂ ਪਾਈ, ਧਨ ਹੈ ਤੂੰ, ਤੇਰੇ ਸ਼ਾਬਾਸ਼ ਹੈ। ਜੇ ਸਿੱਖ ਸੰਗਤ ਇਨ ਚੀਤ। ਪਰ ਫਿਰ ਵੀ ਮਹਾਰਾਜ ਕਹਿੰਦੇ ਵੀ ਸਾਨੂੰ ਤਾਂ ਪਤਾ ਹੈ ਜਿਹੜੀਆਂ ਸੰਗਤਾਂ ਬੈਠੀਆਂ ਨੇ ਇਹਨਾਂ ਦੇ ਚਿੱਤ ਦੇ ਵਿੱਚ ਸਭ ਕੋ ਹੋਏ ਕਿ ਸਰੀਰ ਪ੍ਰਤੀਤ। ਇਹਨਾਂ ਨੂੰ ਜਿਸ ਢੰਗ ਦੇ ਨਾਲ ਭਰੋਸਾ ਆ ਜਾਵੇ, ਇਹਨਾਂ ਨੂੰ ਜਿਸ ਢੰਗ ਦੇ ਨਾਲ ਪ੍ਰਤੀਤ ਆ ਜਾਵੇ, ਉਹ ਸਾਰੀ ਗੱਲ ਮਹਾਰਾਜ ਕਹਿੰਦੇ ਵੀ ਤੂੰ ਖੋਲ ਕੇ ਦੱਸ। ਭਾਗਣ ਨਾਮ ਤ੍ਰਿਆ ਤਬ ਕਹਿਓ। ਉਹ ਸਿੱਖ ਬੱਚੀ ਦਾ ਨਾਮ ਸੀ ਭਾਗਣ, ਤੇ ਉਹ ਭਾਗਣ ਮਾਈ ਨੇ, ਉਹ ਸਿੱਖਣੀ ਨੇ ਮਹਾਰਾਜ ਦੀ ਆਗਿਆ ਸੁਣ ਕੇ ਜਦੋਂ ਸਤਿਗੁਰਾਂ ਕਿਹਾ ਵੀ ਇਹਦਾ ਕਾਰਨ ਕੀ ਹੈ, ਵੀ ਕਿਵੇਂ ਮੰਨੀਏ ਵੀ ਤੂੰ ਨਹੀਂ ਫਟਕਾਰਿਆ, ਇਹ ਸੰਗਤ ਨੂੰ ਕਿਵੇਂ ਭਰੋਸਾ ਆਵੇ, ਸਾਨੂੰ ਤਾਂ ਚਲੋ ਸਾਰਾ ਪਤਾ ਏ। ਇਹ ਭਾਗਣ ਬੋਲੀ ਉਸ ਵੇਲੇ, ਮਹਾਰਾਜ ਸੁਣਿਆ ਜਿਮ ਚਾਹੇ। ਇਹ ਮਹਾਰਾਜ ਜਿਵੇਂ ਆਪ ਸੰਗਤਾਂ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਆਪ ਜੀ ਸੁਣੋ, ਮੈਂ ਦੱਸਦੀ ਹਾਂ। ਬਸੇ ਆਗਰੇ ਨਗਰ ਮਹਾਨ। ਮਹਾਰਾਜ ਜਿੱਥੇ ਆਗਰਾ ਨਗਰ ਹੈ ਨਾ, ਬਹੁਤ ਤਗੜਾ, ਇੱਥੇ ਮੈਂ ਵਸਦੀ ਸਾਂ ਆਪਣੇ ਪੇਕੇ ਘਰ ਦੇ ਵਿੱਚ। ਪਾਤਸ਼ਾਹ ਮਮ ਪਿਤਾ ਦੀਵਾਨ। ਤੇ ਜਿਹੜਾ ਸ਼ਾਹਜਹਾਨ ਪਾਤਸ਼ਾਹ ਹੈ ਨਾ, ਮੇਰਾ ਪਿਤਾ ਉਸ ਪਾਤਸ਼ਾਹ ਦੇ ਕੋਲ ਦੀਵਾਨ ਸੀ। ਆਗਰੇ ਦਾ ਜਿਹੜਾ ਸਾਰਾ ਇਲਾਕਾ ਸੀ, ਇੱਧਰ ਦਾ ਸਰਕਾਰੀ ਕੰਮ ਮਹਾਰਾਜ ਮੇਰਾ ਪਿਤਾ ਵੇਖਦਾ ਸੀ। ਸਭ ਪਰ ਹੁਕਮ ਦਰਬ ਬਹੁ ਆਵੇ। ਆਗਰੇ ਦੇ ਵਿੱਚ, ਆਗਰੇ ਦੇ ਇਲਾਕੇ ਦੇ ਵਿੱਚ, ਕਿਉਂਕਿ ਪਾਤਸ਼ਾਹ ਦੇ 4 ਤਖਤ ਸਨ, ਉਹਨਾਂ ਜੋ ਆਗਰਾ ਵੀ ਇੱਕ ਉਹਨਾਂ ਤਖਤ ਬਣਾਇਆ ਸੀ।
ਤੇ ਮਹਾਰਾਜ ਸਭ ਪਰ ਹੁਕਮ ਦਰਬ ਬਹੁ ਆਵੈ। ਤੇ ਮੇਰੇ ਪਿਤਾ ਦਾ ਦੀਵਾਨ ਹੋਣ ਕਰਕੇ ਸਾਰਿਆਂ ਦੇ ਹੁਕਮ ਚੱਲਦਾ ਸੀ ਆਗਰੇ ਦੇ ਇਲਾਕੇ ਦੇ ਵਿੱਚ। ਤੇ ਬਹੁਤ ਜ਼ਿਆਦਾ ਟੈਕਸ ਦਾ ਜਿਹੜਾ ਕਰ ਦਾ ਜਿਹੜਾ ਮਾਮਲੇ ਦਾ ਧਨ ਆਉਂਦਾ ਸੀ, ਜਿਹੜਾ ਇਕੱਠਾ ਕਰਦਾ, ਹਿਸਾਬ ਕਿਤਾਬ ਮੇਰਾ ਪਿਤਾ ਰੱਖਦਾ। ਸਰਬਕਾਰ ਸਰਕਾਰ ਚਲਾਵੇ। ਗੱਲ ਕੀ ਵੀ ਆਗਰੇ ਦੇ ਵਿੱਚ ਸਾਰੇ ਸਰਕਾਰ ਦੇ ਕੰਮ ਮਹਾਰਾਜ ਮੇਰਾ ਬਾਪ ਚਲਾਉਂਦਾ ਸੀ। ਨਿਰੰਕਾਲ ਲਗ ਕਾਰਜ ਕਰਿਓ। ਬੜਾ ਲੰਮਾ ਸਮਾਂ ਰਹਿ ਕੇ ਉਹਨੇ ਸਰਕਾਰ ਦੇ ਕੰਮ ਕੀਤੇ, ਸ਼ਾਹਜਹਾਨ ਦੇ ਕੋਲ ਨੌਕਰੀ ਕੀਤੀ। ਸਮਾਂ ਪੁਜਿਓ ਮੇਰੋ ਪਿਤ ਮਰਿਓ। ਜਦੋਂ ਸਮਾਂ ਪੂਰਾ ਹੋ ਗਿਆ ਤੇ ਮਹਾਰਾਜ ਮੇਰਾ ਪਿਤਾ ਚੜ੍ਹਾਈ ਕਰ ਗਿਆ। ਬਾਦਸ਼ਾਹ ਨੇ ਜਗ ਹੀ ਸੁਨਿਓ। ਜਦੋਂ ਸ਼ਾਹਜਹਾਨ ਨੇ ਸੁਣਿਆ ਵੀ ਆਗਰੇ ਵਾਲਾ ਦੀਵਾਨ ਮਰ ਗਿਆ ਹੈ, ਨਿਜ ਲੋਕਨ ਕੋ ਤਤ ਛਿਨ ਭਨਿਓ। ਮਹਾਰਾਜ ਆਪਣੇ ਬੰਦਿਆਂ ਨੂੰ, ਆਪਣੇ ਸਿਪਾਹੀਆਂ ਨੂੰ ਉਸੇ ਵੇਲੇ ਸ਼ਾਹਜਹਾਨ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਚੌਕੀ ਦੇਹੋ ਬਿਠਾਏ ਤਿਸ ਵੀ ਦੁਆਰੇ। ਜਾਓ ਬਈ ਜਿਹੜਾ ਦੀਵਾਨ ਹੈ ਮਰ ਗਿਆ ਏ, ਉਹਦੇ ਘਰ ਦੇ, ਉਹਦੇ ਮਹਿਲਾਂ ਦੇ ਅੱਗੇ ਜਾ ਕੇ ਚੌਂਕੀ ਬਿਠਾ ਦਿਓ, ਭਾਵ ਕੇ ਜਾ ਕੇ ਪਹਿਰਾ ਲਾ ਦਿਓ, ਘੇਰਾ ਪਾ ਲਵੋ। ਵਸਤ ਸੰਭਾਰੋ ਢੇਰੋ ਤਾਰੇ। ਸਾਰੀਆਂ ਜਿਹੜੀਆਂ ਵਸਤੂਆਂ ਨੇ ਕੋਈ ਲੈ ਨਾ ਜਾਵੇ, ਉਹਦੇ ਪਰਿਵਾਰ ਦਾ ਜੀ ਉਹਨਾਂ ਨੂੰ ਸੰਭਾਲ ਕੇ ਤੇ ਬਾਹਰੋਂ ਜਿੰਦਰੇ ਮਾਰ ਦਿਓ, ਦਰਵਾਜ਼ੇ ਬੰਦ ਕਰ ਦਿਓ। ਇਸਕੇ ਪੁੱਤਰ ਹੋਏ ਜੇ ਕੋਈ। ਕਿਉਂਕਿ ਸਾਧ ਸੰਗਤ ਉਹਨਾਂ ਸਮਿਆਂ 'ਚ ਨਾ ਇਦਾਂ ਦਾ ਕੋਈ ਨਿਯਮ ਸੀ ਸਰਕਾਰਾਂ ਦਾ ਵੀ ਸਰਕਾਰ ਦਾ ਕੋਈ ਖਾਸ ਬੰਦਾ ਜਦੋਂ ਚੜ੍ਹਾਈ ਕਰ ਜਾਂਦਾ ਤੇ ਉਹਦੀ ਜਿੰਨੀ ਵੀ ਜਾਇਦਾਦ ਸੀ ਇੱਕ ਵਾਰ ਉਹ ਸਰਕਾਰ ਜ਼ਬਤ ਕਰ ਲੈਂਦੀ। ਉਸ ਤੋਂ ਬਾਅਦ ਫਿਰ ਇਹ ਸੀ ਵੀ ਜੇ ਇਹਦੇ ਘਰ ਅੱਗੇ ਕੋਈ ਪੁੱਤਰ ਇਹਦਾ ਹੈਗਾ ਹੈ ਤਾਂ ਉਹ ਸਾਡੇ ਕੋਲ ਆਵੇ ਤੇ ਫਿਰ ਉਹ ਜਿਹੜੀ ਜਾਇਦਾਦ ਜ਼ਬਤ ਕੀਤੀ ਉਹਨੂੰ ਬਖਸ਼ੀਸ਼ ਵਜੋਂ ਪਾਤਸ਼ਾਹ ਦਿੰਦਾ ਸੀ ਵੀ ਤੈਨੂੰ ਬਖਸ਼ੀਸ਼ ਦਿੱਤੀ ਹੈ ਵੀ ਤੂੰ ਸਾਡਾ ਗੁਲਾਮ ਬਣ ਕੇ ਵਫਾਦਾਰ ਬਣ ਕੇ ਕੰਮ ਕਰੀ। ਆਪਣਾ ਵਫਾਦਾਰ ਰੱਖਣ ਵਾਸਤੇ ਸਰਕਾਰਾਂ ਵੱਲੋਂ ਇਹ ਉਪਰਾਲਾ ਹੁੰਦਾ ਸੀ। ਭਾਵੇਂ ਕਿ ਦੀਵਾਨ ਨੇ ਆਪਣੀ ਤਨਖਾਹ, ਆਪਣੀ ਨੌਕਰੀ ਕਰਕੇ ਜੋ ਮਰਜ਼ੀ ਬਣਾਇਆ, ਉਹ ਸਰਕਾਰ ਸਰਕਾਰੀ ਅਫਸਰਾਂ ਦਾ ਜ਼ਬਤ ਕਰਕੇ ਪੁੱਤਰ ਉਹਦੇ ਨੂੰ ਦੇ ਤਾਂ ਦਿੰਦੀ ਸੀ, ਪਰ ਉਹਨੂੰ ਕਹਿੰਦੇ ਸੀ ਵੀ ਅਸੀਂ ਤੈਨੂੰ ਇਹ ਆਪਣੇ ਵੱਲੋਂ ਬਖਸ਼ੀਸ਼ ਦੇ ਰਹੇ ਹਾਂ। ਸੋ ਇਸ ਤਰ੍ਹਾਂ ਕਰਕੇ ਉਹ ਜਿਹੜਾ ਦੀਵਾਨ ਸੀ ਨਾ, ਉਹ ਬੱਚੀ ਦੱਸ ਰਹੀ ਹੈ ਗੁਰੂ ਕਲਗੀਧਰ ਮਹਾਰਾਜ ਨੂੰ ਵੀ ਮੇਰਾ ਜਦੋਂ ਪਿਤਾ ਚੜ੍ਹਾਈ ਕਰ ਗਿਆ ਤੇ ਮਹਾਰਾਜ ਚੌਂਕੀ ਸਾਡੇ ਬੂਹੇ ਅੱਗੇ ਬੈਠ ਗਈ। ਚੌਂਕੀ ਬੈਠਣੀ ਵੀ ਪੁਲਿਸ ਦਾ ਪਹਿਰਾ ਹੋ ਗਿਆ। ਉਹਨਾਂ ਦਰਵਾਜ਼ੇ ਬੰਦ ਕਰ ਦਿੱਤੇ, ਵੱਡੇ ਵੱਡੇ ਜੰਦਰੇ ਲਾ ਤੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ। ਇੱਦਾਂ ਦਾ ਹੁਕਮ ਹੋ ਗਿਆ ਵੀ ਉਹਨਾਂ ਨੂੰ ਬਾਹਰ ਕੱਢ ਦਿਓ। ਤੇ ਨਾਲ ਹੀ ਪਾਤਸ਼ਾਹ ਕਹਿਣ ਲੱਗਾ ਤੇ ਇਸਕੇ ਪੁੱਤਰ ਹੋਏ ਜੇ ਕੋਈ, ਵੀ ਜਿਹੜਾ ਦੀਵਾਨ ਮਰਿਆ ਇਹ ਵੀ ਜੇ ਉਹਦੇ ਘਰ ਦੇ ਵਿੱਚ ਕੋਈ ਪੁੱਤਰ ਹੈਗਾ ਹੈ ਟਿਕ ਜਾਏ ਆਨੀਐ ਸੋਏ। ਉਹਨੂੰ ਜਾ ਕੇ ਮੇਰੇ ਕੋਲ ਲਿਆਓ, ਪਰ ਉਸ ਦੇ ਲਿਆਉਣ ਤੋਂ ਪਹਿਲਾਂ ਘਰ ਚੰਗੀ ਤਰ੍ਹਾਂ ਜਿਹੜਾ ਹੈ ਉਹ ਸੀਲ ਕਰ ਦਿਓ। ਬਾਕੀਆਂ ਨੂੰ ਇੱਕ ਪਾਸੇ ਪਰਿਵਾਰ ਨੂੰ ਨਜ਼ਰਬੰਦ ਕਰ ਦਿਓ ਤੇ ਜਿਹੜਾ ਪੁੱਤਰ ਹੈ ਉਹਨੂੰ ਮੇਰੇ ਕੋਲ ਲੈ ਆਵੋ। ਪੂਰਨ ਸ਼ਾਹੇ ਸਿਪਾਹੀ ਆਏ। ਤੇ ਮਹਾਰਾਜ ਬਸ ਬਾਦਸ਼ਾਹ ਦਾ ਪਾਤਸ਼ਾਹ ਦਾ ਹੁਕਮ ਹੋਣ ਦੀ ਦੇਰ ਹੀ ਸੀ। ਸਰਕਾਰੀ ਬੰਦੇ ਝਾਟੀ ਸਾਡੇ ਘਰੇ ਆ ਗਏ। ਸਭ ਦੁਆਰਨ ਤਾਰੇ ਫਿਰਵਾਏ। ਆ ਜਿੱਥੇ ਅਸੀਂ ਰਹਿੰਦੇ ਸਾਂ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢ ਕੇ ਮਹਿਲ ਦੇ ਵਿੱਚੋਂ ਇੱਕ ਕਮਰੇ 'ਚ ਬੰਦ ਕਰਕੇ ਤੇ ਸਾਰਿਆਂ ਨੂੰ ਦਰਵਾਜ਼ੇ ਲਾ ਦਿੱਤੇ। ਆਪਣੇ ਨਾਲ ਹਟਾਏ ਸਮੁਦਾਇ। ਆ ਜਿੰਨੇ ਵੀ ਸਾਡੇ ਕੋਈ ਆਪਣੇ ਸਰਕਾਰੀ ਕੋਈ ਕਰਮਚਾਰੀ ਸਨ, ਕਿਉਂਕਿ ਦੀਵਾਨ ਦੀ ਪਦਵੀ ਬਹੁਤ ਵੱਡੀ ਹੁੰਦੀ ਸੀ। ਇਹ ਵੀ ਇੱਕ ਪਾਤਸ਼ਾਹ ਤੋਂ ਅੱਗੇ ਮੁਖਤਿਆਰ ਹੀ ਹੁੰਦਾ ਸੀ। ਤੇ ਜਿੰਨੇ ਵੀ ਇਹਦੇ ਕੋਲ ਨੌਕਰ ਚਾਕਰ ਸਨ, ਉਹ ਸਿੱਖ ਬੱਚੀ ਕਹਿੰਦੀ ਮਹਾਰਾਜ ਸਾਡੇ ਜਿੰਨੇ ਵੀ ਬੰਦੇ ਸੀ ਸਾਰਿਆਂ ਨੂੰ ਉੱਥੋਂ ਭਜਾ ਦਿੱਤਾ ਵੀ ਸਭ ਚਲੇ ਜਾਵੋ। ਚੌਕੀ ਕਰਤਾ ਗੀਤ ਬਿਠਾਈ। ਆ ਬੜੀ ਤਾਕੀਦ ਕਰਕੇ ਬੜੀ ਸਖਤੀ ਦੇ ਨਾਲ ਪਹਿਰਾ ਲਾ ਦਿੱਤਾ ਵੀ ਇਹਨਾਂ ਮਹੱਲਾਂ ਦਾ ਕੋਈ ਜੰਦਰਾ ਨਹੀਂ ਖੋਲੇਗਾ। ਵਾਰਤਾ ਹਮ ਤੇ ਸਾਰੇ। ਫਿਰ ਉਹਨਾਂ ਬੰਦਿਆਂ ਨੇ ਪਹਿਲਾਂ ਤਾਂ ਘਰ ਨੂੰ ਸੀਲ ਕੀਤਾ, ਫਿਰ ਮਹਾਰਾਜ ਸਾਨੂੰ ਬਾਹਰ ਕੱਢ ਕੇ ਸਾਨੂੰ ਵੀ ਇੱਕ ਪਾਸੇ ਕੈਦ ਕਰ ਲਿਆ। ਤੇ ਸਿਪਾਹੀਆਂ ਨੇ ਸਾਡੇ ਕੋਲ ਸਾਰੀ ਗੱਲਬਾਤ ਪੁੱਛੀ ਵੀ ਕਿੰਨੇ ਪਰਿਵਾਰ ਦੇ ਜੀ ਹੋ, ਤੇ ਸਾਰੀ ਗੱਲ ਪੁੱਛ ਕੇ ਜਾਏ ਸ਼ਾਹੋ ਕੇ ਪਾਸ ਜਾ ਉਚਾਈ। ਕਰਕੇ ਸ਼ਾਹਜਹਾਨ ਦੇ ਕੋਲ ਸਾਰੀ ਗੱਲ ਹੀ ਉਹਨਾਂ ਦੱਸ ਦਿੱਤੀ। ਸਬਦ ਸੁਤਾ ਦੇ ਸਕੇ ਘਰ ਮਾਹੀ। ਮਹਾਰਾਜ ਉਹਨਾਂ ਨੌਕਰਾਂ ਨੇ ਜਾ ਕੇ ਕਿਹਾ ਬਾਦਸ਼ਾਹ ਨੂੰ ਵੀ ਹੇ ਬਾਦਸ਼ਾਹ ਸਲਾਮਤ, ਦੀਵਾਨ ਦੇ ਘਰ ਦੇ ਵਿੱਚ 7 ਧੀਆਂ ਹਨ। ਅਸ਼ਟਮ ਹੈ ਅਧਾਨ ਤ੍ਰਿਯ ਤੇ ਤਾਹੀ। ਉਹਦੀ ਘਰ ਵਾਲੀ ਨੇ ਗਰਭ ਧਾਰਿਆ ਵੀ 8ਵਾਂ ਵੀ ਕੋਈ ਬੱਚਾ ਉਹਨਾਂ ਦੇ ਘਰ ਦੇ ਵਿੱਚ ਹੋਣ ਵਾਲਾ ਹੈ ਤੇ 7 ਧੀਆਂ ਉਦਾਂ ਹਨ। ਭਰਾਤਾ ਬੰਦ ਅਪਰਨ ਹੈ ਪਰ ਕੋਈ। ਉਹਨਾਂ 7 ਦਾ ਨਾ ਕੋਈ ਭਰਾ ਹੈ ਤੇ ਨਾ ਹੀ ਕੋਈ ਹੋਰ ਕਹਿੰਦੇ ਵੀ ਰਿਸ਼ਤੇਦਾਰ ਕੋਈ ਲੜਕਾ ਹੈ। ਜੋੜ ਖੇਤ ਕੋ ਮਾਲਕ ਹੋਏ। ਜਿਹੜਾ ਇਹ ਬਾਦਸ਼ਾਹ ਸਲਾਮਤ ਘਰ ਦਾ ਕੋਈ ਮਾਲਕ ਬਣੇ, ਕਿਉਂਕਿ ਜਿਹੜੀ ਮਾਲਕੀਅਤ ਸੀ ਨਾ ਉਦੋਂ ਦਾ ਇਦਾਂ ਦਾ ਹੀ ਕਾਨੂੰਨ ਸੀ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਬਰਾਬਰਤਾ ਦਾ ਅਧਿਕਾਰ ਦਿੱਤਾ। ਪਹਿਲਾਂ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਜਾਂ ਹੋਰ ਮਾੜੇ ਤੋਂ ਮਾੜਾ ਸ਼ਬਦ ਵਰਤਦੇ ਸਨ।
ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਈਆਂ ਨੂੰ ਉਪਕਾਰ ਭੁੱਲਣਾ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ ਦੀ ਦੱਸੀ ਮਰਿਆਦਾ ਵੀ ਜਿਹੜੀ ਹੈ ਨਾ, ਉਹ ਲਕੀਰ ਵੀ ਨਹੀਂ ਟੱਪਣੀ ਚਾਹੀਦੀ ਵੀ ਜੇ ਇੰਨੇ ਜੋਗਾ ਬਣਾਇਆ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੈ। ਨਹੀਂ ਤਾਂ ਜਿੰਨੇ ਵੀ ਕੋਈ ਪੁਰਾਤਨ ਗ੍ਰੰਥ ਪੜ੍ਹ ਲਓ ਉਹਦੇ ਵਿੱਚ ਇੱਥੋਂ ਤੀਕਰ ਕਿਹਾ ਹੈ, ਕਹਿੰਦੇ ਕਾਗਜ਼ ਦੀ ਵੀ ਬਣੀ ਔਰਤ ਹੋਵੇ ਉਹਨੂੰ ਵੀ ਵੇਖਣਾ ਨਹੀਂ ਚਾਹੀਦਾ, ਭੈੜੀ ਕਿਹਾ ਹੈ। ਕਿਸੇ ਨੇ ਕਿਹਾ ਇਹ ਪੈਰ ਦੀ ਜੁੱਤੀ ਹੈ, ਕਿਸੇ ਨੇ ਕਿਹਾ ਵੀ ਇਹਨੂੰ ਕੁੱਟ ਕੇ ਰੱਖਣਾ ਚਾਹੀਦਾ। ਪਰ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਸੋ ਕਿਉ ਮੰਦਾ ਆਖੀ ਹੈ ਜਿਤ ਜੰਮ ਹੈ ਰਾਜਾਨ। ਇਹ ਤਾਂ ਸਤਿਗੁਰੂ ਦੇ ਘਰ ਦੇ ਵਿੱਚ ਬਰਾਬਰੀ ਦਾ ਅਧਿਕਾਰ ਮਿਲਿਆ ਆ ਕੇ। ਨਹੀਂ ਤਾਂ ਔਰਤ ਨੂੰ ਮਲਕੀਅਤ ਨਹੀਂ ਸੀ ਛੇਤੀ ਕੀਤਿਆਂ ਕਿਸੇ ਚੀਜ਼ ਦੀ ਦਿੰਦੇ, ਉਹਦੇ ਨਾਮ ਤੇ ਰਜਿਸਟਰੀ ਨਹੀਂ ਸੀ ਹੁੰਦੀ। ਇਸੇ ਕਾਰਨ ਬਾਦਸ਼ਾਹ ਨੇ ਜਿਹੜਾ ਇਹ ਹੁਕਮ ਕਰਤਾ ਵੀ ਜੇ ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਮਰਦ ਹੈ, ਕੋਈ ਬੱਚਾ ਹੈ ਤਾਂ ਲੈ ਕੇ ਆਓ, ਤੇ ਜੇ ਲੜਕੀਆਂ ਨੇ ਤੇ ਫਿਰ ਸਾਰਾ ਕੁਝ ਜਿਹੜਾ ਹੈ ਉਹ ਜ਼ਬਤ ਕਰ ਲਓ। ਸਿਪਾਹੀਆਂ ਨੇ ਜਾ ਕਰਕੇ ਤੇ ਸ਼ਾਹਜਹਾਨ ਨੂੰ ਦੱਸਿਆ ਮਹਾਰਾਜ ਵੀ 7 ਧੀਆਂ ਨੇ ਉਹਦੀਆਂ, 8ਵਾਂ ਜਿਹੜੀ ਉਹਦੀ ਘਰ ਵਾਲੀ ਹੈ ਉਹਨੇ ਗਰਭ ਧਾਰਿਆ। ਹੁਣ ਪਤਾ ਨਹੀਂ ਵੀ ਧੀ ਜੰਮੇ ਪੁੱਤਰ ਜੰਮੇ, ਬਾਕੀ ਨਾ ਉਹਨਾਂ ਦਾ ਕੋਈ ਪਹਿਲਾ ਭਰਾ ਹੈ ਤੇ ਨਾ ਹੀ ਕੋਈ ਉਹਨਾਂ ਦਾ ਕੋਈ ਸਗਾ, ਕੋਈ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਬੱਚਾ ਨਹੀਂ ਹੈ। ਜਦੋਂ ਇਦਾਂ ਦੱਸਿਆ ਵੀ ਇਹ ਪਾਤਸ਼ਾਹ ਜੀ, ਬਾਦਸ਼ਾਹ ਸਲਾਮਤ, ਘਰ ਦਾ ਮਾਲਕ ਕੋਈ ਹਾਲਾਂ ਤੀਕਰ ਦੇ ਨਹੀਂ ਹੈ। ਤੇ ਸੁਣ ਕੇ ਉਸ ਵੇਲੇ ਪਾਤਸ਼ਾਹ ਨੇ ਕਿਹਾ ਸਿਪਾਹੀਆਂ ਨੂੰ, ਜਨਮੇ ਜਬਲੋਂ ਲਿਹੋ ਨਿਹਾਰੀ, ਚਲੋ ਇਦਾਂ ਕਰਦੇ ਐ ਵੀ ਦੀਵਾਨ ਦੀ ਘਰ ਵਾਲੀ ਨੇ ਜੇ ਗਰਭ ਧਾਰਿਆ ਹੈ ਵੀ ਕੁਝ ਸਮਾਂ ਜੋ ਰਹਿੰਦਾ ਏ, ਜਿੰਨਾ ਚਿਕਰ ਉਹ ਕਿਸੇ ਬੱਚੇ ਬੱਚੀ ਨੂੰ ਜਨਮ ਨਹੀਂ ਦਿੰਦੀ ਤਾਂ ਉਹਨਾਂ ਚਿਰ ਆਪਾਂ ਘਰ ਨਹੀਂ ਜ਼ਬਤ ਕਰਦੇ। ਵੇਖ ਲਵੋ ਉਹੇ ਪੁੱਤਰ ਤੋਂ ਕਰੋ ਖਲਾਸੇ। ਪਹਿਲਾਂ ਹੀ ਇਹ ਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਵੀ ਜੇ ਦੀਵਾਨ ਦੇ ਘਰ ਦੇ ਵਿੱਚ ਪੁੱਤਰ ਜਨਮ ਲਵੇ ਤਾਂ ਫਿਰ ਉਹਨਾਂ ਦਾ ਘਰ ਖਲਾਸ ਕਰ ਦਿਓ, ਭਾਵ ਸਾਰੀ ਜਾਇਦਾਦ ਉਹਨਾਂ ਦੀ ਵਾਪਸ ਮੋੜ ਦਿਓ। ਸਦਾ ਭਏ ਕਰ ਜਬਤ ਆਵਾਜ਼। ਤੇ ਜੇ ਫੇਰ ਕਿਤੇ 8ਵੀਂ ਵੀ ਧੀ ਦਾ ਜਨਮ ਹੋਵੇ ਤਾਂ ਸਾਰਾ ਕੁਝ ਕਬਜ਼ੇ ਦੇ ਵਿੱਚ ਕਰਕੇ ਤੇ ਇਹਨਾਂ ਨੂੰ ਕੈਦ ਵਿੱਚ ਪਾ ਦਿਓ ਜਾਂ ਕੱਢ ਦਿਓ। ਮਾਨ ਚੌਂਕੀ ਫਿਰ ਦੁਆਰੇ। ਤੇ ਮਹਾਰਾਜ ਏਦਾਂ ਪਾਤਸ਼ਾਹ ਦਾ ਹੁਕਮ ਮੰਨ ਕੇ ਤੇ ਸਿਪਾਹੀ ਜਿਹੜੇ ਸਨ ਉਹਨਾਂ ਨੇ ਸਾਡੇ ਘਰ ਦੇ ਅੱਗੇ ਆ ਕੇ ਚੌਂਕੀ ਪਾਲੀ, ਪਹਿਰਾ ਦੇ ਦਿੱਤਾ। ਪੂਜੇ ਗਰਭ ਕੇ ਜਬ ਦਿਨ ਸਾਰੇ। ਸਮੇਂ ਦੀ ਉਡੀਕ ਕਰਦੇ ਰਹੇ। ਪੂਜੇ ਗਰਭ ਕੇ ਜਬ ਦਿਨ ਸਾਰੇ। ਤੇ ਜੋ ਵੀ ਗਰਭ ਅਵਸਥਾ ਦਾ ਸਮਾਂ ਹੁੰਦਾ ਜਦੋਂ ਉਹ ਪੂਰਾ ਹੋਇਆ ਸਾਡੀ ਮਾਤਾ ਨੂੰ ਜਨਮਿਓ ਪੁੱਤਰ ਤਹਾਂ ਸਭ ਜੋ। ਪਰਮੇਸ਼ਰ ਦੀ ਐਸੀ ਕਿਰਪਾ ਹੋਈ ਵੀ ਉਸ ਵੇਲੇ ਸਭ ਨੇ ਵੇਖਿਆ, ਕਿਉਂਕਿ ਪਹਿਰਾ ਵੀ ਦਿੱਤਾ ਸੀ ਵੀ ਇਹ ਨਾ ਹੋਵੇ ਵੀ ਜੰਮੇ ਲੜਕੀ ਤੇ ਕਿਸੇ ਹੋਰ ਦਾ ਲੜਕਾ ਲੈ ਆਉਣ, ਜਿਸ ਕਰਕੇ ਉਹਨਾਂ ਨੂੰ ਕੈਦ ਕਰਕੇ ਵੀ ਰੱਖਿਆ ਸੀ ਵੀ ਕੈਦ ਵਿੱਚ ਰੱਖੋ, ਜੋ ਵੀ ਜੰਮੇਗਾ ਸਾਹਮਣੇ ਪਤਾ ਲੱਗ ਜਾਏਗਾ। ਤੇ ਉਹ ਸਿੱਖ ਬੱਚੀ ਦੱਸਦੀ ਮਹਾਰਾਜ ਜਦੋਂ ਪੁੱਤਰ ਨੇ ਜਨਮ ਲਿਆ ਤੇ ਸਾਰਿਆਂ ਨੇ ਵੇਖਿਆ ਵੀ ਦੀਵਾਨ ਦੇ ਘਰ ਦੇ ਵਿੱਚ ਬੱਚਾ ਆਇਆ ਹੈ। ਮੰਗਲ ਕੋ ਤਸਬ ਬਹੁ। ਬਸ ਫੇਰ ਕੀ ਮਹਾਰਾਜ ਸਾਡੇ ਤਾਂ ਜਿਵੇਂ ਕਹਿੰਦੇ ਵੀ ਪ੍ਰਾਣ ਜਿਹੜੇ ਜਾਂਦੇ ਜਾਂਦੇ ਵਾਪਸ ਆਏ। ਪੁੱਤਰ ਦੇ ਜਨਮ ਹੋਣ ਦੇ ਨਾਲ ਜਦੋਂ ਵੇਖਿਆ ਵੀ ਸਾਡਾ ਛੋਟਾ ਭਰਾ ਆਇਆ ਇਹ ਤਾਂ ਸਾਡੇ ਘਰ ਦੇ ਵਿੱਚ ਤਾਂ ਮਹਾਰਾਜ ਬੜੀਆਂ ਖੁਸ਼ੀਆਂ ਹੋਈਆਂ। ਦਬ ਵਜੇ ਨੌਬਤਾਂ ਬਾਜੇ। ਉਸ ਵੇਲੇ ਛੋਟੇ ਨਗਾਰੇ ਨੌਬਤਾਂ ਹੋਰ ਬਾਜੇ ਗਾਜੇ ਵੱਜ ਉੱਠੇ। ਸਭ ਪਰਿਵਾਰ ਭਇਓ ਬਹੁ ਰਾਜੀ। ਅਸੀਂ ਸਾਰਾ ਹੀ ਪਰਿਵਾਰ ਮਹਾਰਾਜ ਬੜਾ ਹੀ ਖੁਸ਼ ਹੋਏ ਵੀ ਹੁਣ ਸਾਡੀ ਕੈਦ ਵੀ ਛੁੱਟ ਜਾਏਗੀ ਤੇ ਸਾਡੀ ਮਲਕੀਅਤ ਵੀ ਸਾਨੂੰ ਵਾਪਸ ਮਿਲੇਗੀ। ਪਾਤਸ਼ਾਹ ਜਬ ਸੁਨਬੋ ਕੀਨ। ਤੇ ਜਦੋਂ ਪਾਤਸ਼ਾਹ ਨੂੰ ਜਾ ਕੇ ਸਰਕਾਰੀ ਕਰਮਚਾਰੀਆਂ ਨੇ ਦੱਸਿਆ ਵੀ ਇਹ ਪਾਤਸ਼ਾਹ ਸਲਾਮਤ ਇਸ ਵੇਲੇ ਜਿਹੜਾ ਦੀਵਾਨ ਹੈ ਜਿਹਦੇ ਘਰੇ ਚੌਂਕੀ ਬੈਠੀ ਹੈ ਉਹਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ। ਕਰੋ ਖਲਾਸੀ ਆਏ ਸਦੀਨ। ਤੇ ਸੁਣਦੇ ਅਨੁਸਾਰ ਮਹਾਰਾਜ ਪਾਤਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਵੀ ਫੇਰ ਇਹਨਾਂ ਦੀ ਖਲਾਸੀ ਕਰ ਦਿਓ, ਭਾਵ ਇਹਨਾਂ ਦੀ ਜਾਇਦਾਦ ਜਿਹੜੀ ਹੈ ਨਾ ਇਹ ਜ਼ਬਤ ਕਰਨੀ ਸੀ, ਇਹ ਸਾਰੀ ਇਹਨਾਂ ਨੂੰ ਵਾਪਸ ਮੋੜ ਦਿਓ। ਬਖਸ਼ਿਓ ਪ੍ਰਥਮ ਸਮਾਨ ਰੋਜ਼ੀਨਾ। ਤੇ ਮਹਾਰਾਜ ਫਿਰ ਜਿਵੇਂ ਜਿੰਨਾ ਸਾਡੇ ਪਿਓ ਨੂੰ ਰੋਜ਼ੀਨਾ ਦਿੰਦੇ, ਜਿੰਨੀ ਤਨਖਾਹ ਦਿੰਦਾ ਸੀ ਨਾ ਪਾਤਸ਼ਾਹ, ਉਹਨੇ ਨਾਲ ਹੁਕਮ ਜਾਰੀ ਕਰ ਦਿੱਤਾ ਵੀ ਜਿਹੜਾ ਦੀਵਾਨ ਦੇ ਘਰ ਦੇ ਵਿੱਚ ਇਹ ਪੁੱਤਰ ਦਾ ਜਨਮ ਹੋਇਆ ਇਹ ਕਹਿੰਦੇ ਵੀ ਜਿੰਨਾ ਜਿਹੜੇ ਖੁਦ ਨੌਕਰੀ ਨਹੀਂ ਕਰਦਾ ਇਹਨੂੰ ਘਰ ਬੈਠੇ ਨੂੰ ਉਹਨਾਂ ਰੋਜ਼ੀਨਾ ਉਨੀ ਤਨਖਾਹ ਇਹਨਾਂ ਨੂੰ ਬੈਠਿਆਂ ਨੂੰ ਮਿਲੇਗੀ। ਘਰ ਖਲਾਸ ਤਤ ਛਿਨ ਕਰ ਦੀਨਾ। ਤੇ ਉਸੇ ਵੇਲੇ ਮਹਾਰਾਜ ਸਾਡਾ ਘਰ ਵੀ ਜਿਹੜਾ ਸੀ ਜਿੱਤੇ ਕਬਜ਼ਾ ਕਰਕੇ ਤੇ ਪੁਲਿਸ ਬੈਠੀ ਹੋਈ ਸੀ ਪਾਤਸ਼ਾਹ ਦੇ ਹੁਕਮ ਦੇ ਨਾਲ, ਸਿਪਾਹੀ ਉਸੇ ਵੇਲੇ ਸਾਡੀ ਜਾਇਦਾਦ ਨੂੰ ਖਲਾਸ ਕਰਕੇ ਸਾਡਾ ਘਰ ਸਾਨੂੰ ਦੇ ਕੇ ਚਲੇ ਗਏ। ਚੌਕੀਦਾਰ ਸਿਪਾਹੀ ਗਏ। ਆ ਜਿੰਨੇ ਵੀ ਕੋਈ ਚੌਕੀਦਾਰ ਕੋਈ ਸਿਪਾਹੀ ਬੈਠੇ ਹੋਏ ਸਨ। ਜਨ ਸਨਮਾਨ ਕਰਤ ਸਭ ਭਾਏ। ਜਨ ਸਨਮਾਨ ਕਰਤ ਸਭ ਭਏ। ਤੇ ਫਿਰ ਮਹਾਰਾਜ ਜਦੋਂ ਤਾਂ ਮੇਰਾ ਪਿਤਾ ਚੜ੍ਹਾਈ ਕਰ ਗਿਆ, ਸਾਡਾ ਕਿਸੇ ਨੇ ਮਾਣ ਸਨਮਾਨ ਵੀ ਨਾ ਕੀਤਾ।
ਪਰ ਜਦੋਂ ਸਾਡੇ ਘਰ ਦੇ ਵਿੱਚ ਜਿਹੜਾ ਮੇਰਾ ਛੋਟਾ ਭਰਾ ਜਨਮ ਲੈ ਕੇ ਆਇਆ ਤਾਂ ਜਿਹੜੇ ਹੋਰ ਲੋਕ ਸੀ ਨਾ ਸ਼ਹਿਰ ਦੇ, ਉਹ ਵੀ ਸਾਡਾ ਮਾਨ ਸਨਮਾਨ ਕਰਨ ਲੱਗ ਪਏ। ਸਪਤ ਭਗਨ ਮਹਿ ਕਹਿ ਤਿਸ ਕਾਲਾ। ਤੇ ਅਸੀਂ 7 ਭੈਣਾਂ ਨੇ ਫਿਰ ਉਸ ਵੇਲੇ ਆਪਸ ਦੇ ਵਿੱਚ ਇਦਾਂ ਇੱਕ ਦੂਜੇ ਨਾਲ ਸਲਾਹ ਕੀਤੀ, ਧਨ ਮਰਦ ਕੀ ਸ਼ਮਸ਼ ਵਿਸਾਲਾ। ਵੀ ਧਨ ਹੈ ਮਰਦ ਦਾ ਦਾੜਾ, ਜਿਹਦੇ ਕਰਕੇ ਸਾਡੀ ਬੰਦ ਖਲਾਸੀ ਹੋਈ ਹੈ। ਪਾਤਸ਼ਾਹ ਜੀ ਅਸੀਂ 7 ਭੈਣਾਂ ਨੇ ਉਸ ਵੇਲੇ ਪ੍ਰਣ ਕੀਤਾ ਵੀ ਇਹ ਜਿਹੜਾ ਬੱਚਾ ਆਇਆ ਇਹ ਮਰਦ ਆਇਆ ਹੈ, ਕਹਿੰਦੇ ਮਰਦ ਦੀ ਦਾੜੀ ਧਨ ਹੈ, ਕਿਉਂਕਿ ਦਾੜੀ ਵਾਲਾ ਆਇਆ ਨਾ, ਇਹਦਾ ਕਰਕੇ ਸਾਡਾ ਘਰ-ਬਾਰ ਸਾਨੂੰ ਮਿਲ ਗਿਆ। ਸਾਡੀਆਂ ਮਹਾਰਾਜ ਜੰਜੀਰਾਂ ਪਈਆਂ ਹੋਈਆਂ ਟੁੱਟ ਗਈਆਂ ਛੁੱਟ ਗਈਆਂ, ਸਾਨੂੰ ਆਜ਼ਾਦੀ ਮਿਲੀ। ਉਸ ਵੇਲੇ 7 ਭੈਣਾਂ ਨੇ ਇਹ ਵਿਚਾਰ ਕੀਤਾ ਵੀ ਅਸੀਂ ਕਦੀ ਵੀ ਭੁੱਲ ਗਏ ਵੀ ਸੁਪਨੇ ਦੇ ਵਿੱਚ ਵੀ ਕਿਤੇ ਮਰਦ ਦਾ ਮੂੰਹ ਨਹੀਂ ਫਟਕਾਰਨਾ, ਕਿਉਂਕਿ ਧਨ ਹੈ ਮਰਦ, ਧਨ ਹੈ ਇਸ ਦੀ ਦਾੜੀ। ਪਰਿਵਾਰ ਛੁਟਿਓ ਜਿਸ ਪਾਛੈ। ਜਿਸ ਮਰਦ ਦੀ ਦਾੜੀ ਪਿਛੇ ਸਾਡਾ ਸਾਰਾ ਹੀ ਪਰਿਵਾਰ ਛੁੱਟ ਗਿਆ ਕੈਦ ਵਿੱਚੋਂ, ਤੇ ਸਾਨੂੰ ਸਾਰੀ ਜਾਇਦਾਦ ਵਾਪਸ ਮਿਲ ਗਈ ਜਿਹਦੇ ਜਨਮ ਦੇ ਨਾਲ। ਜਿਸ ਤੇ ਅਪਰ ਨਹੀਂ ਕੋ ਆਛੇ। ਏਦਾਂ ਮਹਾਰਾਜ ਸਾਡੇ ਪਰਿਵਾਰ ਦੇ ਵਿੱਚ ਭਰੋਸਾ ਹੋ ਗਿਆ ਵੀ ਮਰਦ ਦੀ ਦਾੜੀ ਦੇ ਨਾਲੋਂ ਹੋਰ ਕੋਈ ਵੀ ਚੰਗੀ ਚੀਜ਼ ਨਹੀਂ ਹੈ। ਜਿਸ ਦਾੜੀ ਤੇ ਜਬ ਤੱਕ ਜੋਗ। ਜਿਸ ਦਾੜੀ ਕਰਕੇ ਜਪ ਕੀਤਾ ਹੋਇਆ, ਤਪ ਕੀਤਾ ਹੋਇਆ, ਜੋਗ ਸਾਧਨ ਕੀਤੇ ਹੋਏ, ਭਲੇ ਸਕਲ ਦੇ ਸੁਖ ਗਨ ਭੋਗ। ਆ ਸਾਰੇ ਕਹਿੰਦੇ ਵੀ ਸਫਲੇ ਹੋ ਜਾਂਦੇ ਹਨ ਤੇ ਅਨੇਕਾਂ ਹੀ ਸੁਖ ਮਾਣੀਦੇ ਨੇ, ਕਿਉਂਕਿ ਕਲਗੀਧਰ ਜੀ ਦਾ ਬਚਨ ਹੈ ਨਾ, ਕੇਸਾ ਹੀਣੰ ਮੰਤਰ ਨਹਿ ਫੁਰੈ, ਵੀ ਕੇਸਾਂ ਤੋਂ ਹੀਣੇ ਦਾ ਕੋਈ ਜਪ ਤਪ ਕੀਤਾ ਸਫਲ ਨਹੀਂ ਹੁੰਦਾ। ਜਿਸ ਕਰਕੇ ਉਹ ਸਿੱਖ ਬੱਚੀ ਕਹਿੰਦੀ ਮਹਾਰਾਜ ਸਾਡਾ ਇਹ ਨਿਸ਼ਚਾ ਬਣ ਗਿਆ ਵੀ ਜਿਸ ਦਾੜੀ ਕਰਕੇ ਜਪ ਤਪ ਜੋਗ ਕਮਾਏ ਸਫਲੇ ਹੁੰਦੇ, ਅਨੇਕਾਂ ਸੁੱਖ ਮਿਲਦੇ ਹਨ। ਮਰਦ ਕਚਹਿਰੀ ਦਰ ਦਰਗਾਹ। ਜਿਹੜਾ ਮਰਦ ਹੈ ਮਹਾਰਾਜ, ਇਸ ਮਰਦ ਦੀ ਦਾੜੀ ਇਸ ਕਚਹਿਰੀ ਦੇ ਵਿੱਚ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੈ। ਇਹਦੀ ਦਾੜੀ ਕਰਕੇ ਇੱਥੇ ਵੀ ਮਹਾਰਾਜ ਸਾਡੀ ਖਲਾਸੀ ਹੋਈ ਤੇ ਸਾਨੂੰ ਭਰੋਸਾ ਹੋਇਆ ਅੱਗੇ ਵੀ ਹੋਵੇਗੀ। ਸ਼ਮਸ ਕਬੂਲ ਪਰਹਿ ਦੁਤ ਜਾਹੇ। ਸ਼ਮਸ ਕਬੂਲ ਪਰਹਿ ਦੁਤ ਜਾਹੇ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਾਗਨ। ਕਹਿੰਦੇ ਜੋ ਗੁਰੂ ਸਾਹਿਬ ਦੇ ਚਰਨ ਕਮਲਾਂ ਦੇ ਨਾਲ ਪਰਮੇਸ਼ਰ ਦੇ ਭੈ ਵਿੱਚ ਦਾੜੇ ਰਹਿੰਦੇ ਨੇ, ਕਹਿੰਦੇ ਵੀ ਉਹ ਸਾਬਤ ਸੂਰਤ ਸਿੱਧਾ ਦਾੜਾ, ਕਾਸ ਕਾ ਕੰਗਾ ਕਾਠ ਕਾ ਕੰਗਾ ਕੇਸੀ ਜਾੜਾ। ਸਾਬਤ ਸੂਰਤ ਹੋਵੇ ਤੇ ਸਿੱਧਾ ਦਾੜਾ ਹੋਵੇ, ਕੋਈ ਵਾਲ ਵਿੰਗ ਨਾ ਪਾਵੇ ਦਾੜੇ ਦੇ ਵਿੱਚ, ਸਿੱਧਾ ਦਾੜਾ ਹੋਵੇ, ਸਾਬਤ ਹੋਵੇ। ਕਹਿੰਦੇ ਜਿਹੜਾ ਮਰਦ ਦਾ ਦਾੜਾ ਹੈ ਸ਼ਮਸ ਕਬੂਲ ਪਰਹਿ ਦੁਤ ਜਾਹੇ, ਇਸ ਲੋਕ ਦੀ ਕਚਹਿਰੀ ਵਿੱਚ ਤੇ ਦਰਗਾਹ ਦੇ ਵਿੱਚ ਧਨ ਹੈ ਮਰਦ ਦੀ ਦਾੜੀ ਜੋ ਸ਼ੋਭਾ ਵਾਲੀ ਹੋ ਕੇ ਕਬੂਲ ਪੈਂਦੀ ਹੈ। ਮਰਦ ਬਿਨਾ ਸ਼ਮਸ਼ ਦਸਤਾਰ। ਮਹਾਰਾਜ ਸਾਨੂੰ ਇਸ ਗੱਲ ਦਾ ਨਿਸ਼ਚਾ ਸੀ ਵੀ ਜਿਹੜਾ ਮਰਦ ਹੈ ਨਾ ਉਹ ਬਿਨਾ ਦਸਤਾਰ ਤੋਂ ਤੇ ਬਿਨਾ ਦਾੜੇ ਤੋਂ, ਇਨ ਬਿਨ ਔਰਤ ਪਰਹਿ ਨਿਹਾਲ। ਇਹਨਾਂ ਤੋਂ ਬਗੈਰ ਤਾਂ ਕਹਿੰਦੇ ਔਰਤ ਹੀ ਹੈ ਨਾ, ਕਿਉਂਕਿ ਔਰਤ ਦੇ ਦਾੜਾ ਨਹੀਂ ਹੁੰਦਾ, ਔਰਤ ਪੱਗਾਂ ਨਹੀਂ ਨਾ ਬੰਨ੍ਹਦੀ, ਪੱਗ ਤਾਂ ਨਹੀਂ ਬੰਨ੍ਹਦੀ। ਦਸਤਾਰ ਤੋਂ ਬਗੈਰ ਤੇ ਦਾੜੇ ਤੋਂ ਬਗੈਰ ਜੇ ਕੋਈ ਮਰਦ ਹੈ ਨਾ ਜਿਹੜਾ ਦਾੜਾ ਨਹੀਂ ਰੱਖਦਾ ਕਾਇਮ, ਜਿਹੜਾ ਦਸਤਾਰ ਨਹੀਂ ਬੰਨ੍ਹਦਾ, ਇਨ ਬਿਨ ਔਰਤ ਪਰਹਿ ਨਿਹਾਰ। ਕਹਿੰਦੇ ਦਾੜੇ ਤੋਂ ਦਸਤਾਰ ਤੋਂ ਬਗੈਰ ਔਰਤ ਹੀ ਦਿਖਦਾ ਹੈ। ਸਾਚੇ ਪਾਤਸ਼ਾਹ ਮੈਂ ਚੀਤ। ਤੋ ਸਿੱਖ ਬੱਚੀ ਕਹਿੰਦੀ ਹੈ ਗੁਰੂ ਕਲਗੀਧਰ ਮਹਾਰਾਜ ਮੇਰੇ ਚਿੱਤ ਦੇ ਵਿੱਚ ਭਗਤੀ ਧਰੀ ਵਿਸਾਲ ਪ੍ਰਤੀਤ। ਉਸ ਵੇਲੇ ਦੀ ਬਹੁਤ ਤਗੜੀ ਜਿਹੜੀ ਪ੍ਰਤੀਤ ਹੈ ਨਾ, ਭਰੋਸਾ ਹੋਇਆ ਵੀ ਜਿਹੜਾ ਮਰਦ ਹੈ ਇਹਦਾ ਮੂੰਹ ਨਹੀਂ ਕਦੀ ਫਟਕਾਰਨਾ, ਇਹਦੇ ਕਰਕੇ ਤਾਂ ਸਾਡੀ ਜਾਨ ਬਖਸ਼ੀ ਗਈ ਆ। ਜਨਮਤ ਮਰਦ ਸੋ ਬੰਦ ਖਲਾਸੀ। ਵੀ ਹਾਲਾਂ ਦੇ ਵੇਖੋ ਸਾਡੇ ਘਰ ਦੇ ਵਿੱਚ ਪਹਿਲਾਂ ਮਰਦ ਜੰਮਿਆਂ ਤੇ ਜੰਮਦੇ ਹੀ ਸਾਡੇ ਨੇ ਬੰਧਨ ਤੁੜਾ ਦਿੱਤੇ ਹਨ। 7 ਭੈਣਾਂ ਦੇ ਨਾਲ ਮੇਰੀ ਮਾਂ ਦੇ ਬੰਧਨ ਟੁੱਟ ਗਏ। ਹਮ ਜਨਾਨੀ ਜਾਂ ਸ਼ਬਦ ਪ੍ਰਕਾਸ਼ੀ। ਹਮ ਜਨਾਨੀ ਕਹਿੰਦੇ ਅਸੀਂ 7 ਭੈਣਾਂ ਸਾਂ, ਮੇਰੀ ਮਾਂ 8ਵੀਂ ਸੀ, ਅਸੀਂ ਵੀ ਤਾਂ ਸੰਸਾਰ ਵਿੱਚ ਜੰਮੀਆਂ ਹੀ ਸਾਂ। ਨਹਿ ਮੁਲਾਹਜਾ ਕਿ ਨਹਿ ਉਬਾਚੀ। ਪਰ ਕਿਸੇ ਨੇ ਵੀ ਸਾਡੀ ਇਮਦਾਦ ਨਹੀਂ ਕੀਤੀ, ਕਿਸੇ ਨੇ ਵੀ ਆ ਕੇ ਕਿਹਾ ਨਹੀਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਨਾਲੇ ਧਨ ਸ਼ਮਸ਼ ਹੈ ਸਾਜੀ। ਇਸ ਕਰਕੇ ਮਹਾਰਾਜ ਸਾਡਾ ਨਿਸ਼ਚਾ ਇਹ ਵੀ ਧਨ ਹੈ ਮਰਦ ਦੀ ਦਾੜੀ, ਇਹ ਸੱਚੀ ਦਾੜੀ ਹੈ। ਫਾਰਸੀ ਜਨ ਜ਼ੁਲਮ ਜਮਹਿ ਲਾਨ ਤੋ ਹੈ। ਉਹਨੇ ਆਪਣੇ ਸਮੇਂ ਦੀ ਜਿਹੜੀ ਅਖੌਤ ਬਣੀ ਸੀ ਨਾ ਔਰਤਾਂ ਪ੍ਰਤੀ ਉਹ ਵੀ ਨਾਲ ਹੀ ਦੱਸੀ ਮਹਾਰਾਜ, ਨਹੀਂ ਤਾਂ ਇਹ ਸਮਾਂ ਤੇ ਇਦਾਂ ਦਾ ਏ ਤੇ ਹਾਂਜੀ ਜਨ ਜ਼ੁਲਮ ਜਮਹਿ ਲਾਨ ਤੋ ਹੈ। ਜਨ ਜ਼ੁਲਮ ਜਮਹਿ ਲਾਨਤ ਹੈ, ਵੀ ਜਾਨਨ ਤੋਂ ਭਾਵ ਹੈ ਔਰਤ। ਕਹਿੰਦੇ ਵੀ ਜਦੋਂ ਔਰਤ ਇਸਤਰੀ ਦਾ ਜਨਮ ਹੁੰਦਾ ਹੈ
ਤੇ ਕਹਿੰਦੇ ਵੀ ਉਸ ਸਵੇਰੇ ਜਿਹੜੇ ਜਨਮ ਦੇਣ ਵਾਲੀ ਨੂੰ ਵੀ ਲੋਕ ਲਾਹਣਤਾਂ ਪਾਉਣ ਲੱਗ ਪੈਂਦੇ ਹਨ। ਸ਼ਬਹਿ ਰੋਜ਼ ਹਰਦੋ ਮਾਹੇ। ਇਸਤਰੀ ਦਾ ਜੰਮਣਾ ਜਿਹੜਾ ਹੈ ਨਾ, ਉਹ ਕਹਿੰਦੇ ਵੀ ਇਹ ਤਾਂ ਜ਼ੁਲਮ ਕਰ ਮਾਰਿਆ ਤੂੰ, ਇਹ ਤਾਂ ਬੜਾ ਜ਼ੁਲਮ ਕੀਤਾ। ਦਿਨ ਰਾਤ ਹਰ ਵੇਲੇ ਕਹਿੰਦੇ ਲਾਹਣਤਾਂ ਪਾਉਂਦੇ ਨੇ ਲੋਕ, ਇਦਾਂ ਹੀ ਕਰਦੇ ਹੁੰਦੇ ਸਨ। ਇਹ ਤਾਂ ਧੰਨ ਸਤਿਗੁਰੂ ਮਹਾਰਾਜ ਸਾਹਿਬ ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ, ਉਹਨੇ ਉਸ ਵੇਲੇ ਦੀ ਜਿਹੜੀ ਹਾਲਤ ਸੀ ਦੱਸੀ ਆ ਵੀ ਮਹਾਰਾਜ ਜੇ ਕੋਈ ਔਰਤ ਕੋਈ ਧੀ ਜੰਮੇ ਤੇ ਲੋਕ ਉਹਨੂੰ ਲਾਹਣਤਾਂ ਪਾਉਂਦੇ ਨੇ ਜਨਮ ਦੇਣ ਵਾਲੇ ਨੂੰ। ਇਹ ਤਾਂ ਲੋਕ ਧੀਆਂ ਘੜਿਆਂ 'ਚ ਪਾ ਕੇ ਨੱਪ ਦਿੰਦੇ ਸਾਂ ਜਾਂ ਜੰਮਦੀ ਨੂੰ ਮਾਰ ਦਿੰਦੇ ਸੀ। ਹੁਣ ਵੀ ਇਦਾਂ ਕਰਦੇ ਨੇ, ਪਰ ਕਲਗੀਧਰ ਜੀ ਨੇ ਸਖਤ ਹਦਾਇਤ ਕਰ ਦਿੱਤੀ ਵੀ ਜਿਹੜਾ ਮੇਰਾ ਸਿੱਖ ਹੈ ਕੁੜੀ ਮਾਰ ਦੇ ਨਾਲ ਉਹਨੇ ਵਰਤਣਾ ਹੀ ਨਹੀਂ ਹੈ। ਪੱਕਾ ਕਹਿ ਦਿੱਤਾ ਵੀ ਜਿਹੜਾ ਧੀਆਂ ਦੇ ਕਤਲ ਕਰਨ ਵਾਲੇ ਹਨ, ਜਿਹੜੇ ਧੀ ਮਾਰ ਹਨ, ਉਹਨਾਂ ਧੀ ਮਾਰਾਂ ਦੇ ਨਾਲ ਕੁੜੀ ਮਾਰਾਂ ਦੇ ਨਾਲ ਮੇਰੇ ਸਿੱਖ ਨੇ ਸਾਂਝ ਨਹੀਂ ਰੱਖਣੀ। ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਰਹਿਤਨਾਮਿਆਂ ਦੇ ਵਿੱਚ, ਬੰਸ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ। ਇਹ ਸਿੰਘਾਂ ਦੀ ਇਹ ਖਾਲਸੇ ਦੀ ਮਰਿਆਦਾ ਹੈ ਵੀ ਬੰਸ ਘਾਤ ਨਹੀਂ ਕਰਨਾ, ਆਪਣੇ ਹੱਥੀਂ ਆਪਣੀ ਬੰਸ ਨਹੀਂ ਮਾਰਨੀ। ਨਾਲ ਇਹ ਵੀ ਕਿਹਾ ਹੈ ਜੋ ਜੋ ਗੁਰ ਕੇ ਮੰਤਰਹੀਣ ਮੂੰਹ ਮੁੰਨੇ ਧੀਆਂ ਮਾਰ, ਤਿੰਨ ਸਿਉ ਮੇਲ ਨਾ ਕੀਜਈ ਇਹ ਆਖੀ ਕਰਤਾਰ। ਕਹਿੰਦੇ ਵੀ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਆ ਤੇ ਜਿਹੜੇ ਧੀਆਂ ਨੂੰ ਮਾਰਦੇ ਆ, ਕਲਗੀਧਰ ਸਾਹਿਬ ਕਹਿੰਦੇ ਮੇਰੇ ਸਿੱਖ ਨੇ ਇਹਨਾਂ ਦੇ ਨਾਲ ਮੇਲ ਹੀ ਨਹੀਂ ਕਰਨਾ, ਇਹਨਾਂ ਨਾਲ ਸਾਂਝ ਹੀ ਨਹੀਂ ਰੱਖਣੀ ਕਿਸੇ ਪ੍ਰਕਾਰ ਦੀ। ਨਹੀਂ ਤਾਂ ਇਸ ਤੋਂ ਪਹਿਲਾਂ ਤੇ ਜਿਵੇਂ ਉਹ ਸਿੱਖ ਬੱਚੀ ਦੱਸਦੀ ਹੈ, ਮਹਾਰਾਜ ਜਨ ਜ਼ੁਲਮ ਜੰਮਹਿ ਲਾਹਨਤ ਹੈ, ਕਿ ਇਸਤਰੀ ਜੰਮੇ ਤੇ ਇਦਾਂ ਹੁੰਦਾ ਸੀ ਵੀ ਜਿਵੇਂ ਕੋਈ ਬਹੁਤ ਵੱਡਾ ਕਿਸੇ ਨੇ ਜ਼ੁਲਮ ਕਰ ਦਿੱਤਾ ਹੈ। ਲਾਹਣਤਾਂ ਪੈਂਦੀਆਂ ਸਨ, ਸਭੈ ਰੋਜ਼ ਹਰ ਦੋ ਮਾਹੇ, ਰਾਤ ਹੋਵੇ ਦਿਨ ਹੋਵੇ ਲਾਹਣਤਾਂ ਪਾਉਂਦੇ ਹੁੰਦੇ ਸਨ ਲੋਕ। ਮਰਦ ਹੈ ਜੰਮੈ ਦਰਗੋਸ਼ ਖੈਰ ਕਰਦਮੈ। ਹਾਂ, ਮਰਦ ਹੈ ਜੰਮੈ ਦਰਗੋਸ਼ ਖੈਰ ਕਰਦਮੈ। ਤੇ ਜੇ ਕਿਸੇ ਮਰਦ ਦਾ ਜਨਮ ਹੋਵੇ ਤੇ ਕੰਨਾਂ ਦੇ ਵਿੱਚ ਵਧਾਈਆਂ ਪੈਂਦੀਆਂ, ਸਾਰੇ ਕਹਿੰਦੇ ਭਲਾ ਕੀਤਾ ਰੱਬ ਨੇ, ਬੜੀਆਂ ਵਧਾਈਆਂ ਹੋਣ ਵੀ ਤੁਹਾਡੀ ਬੰਸ ਵੱਧ ਗਈ ਆ। ਦਾੜੀ ਬੰਦਗੀ ਐਨ ਖੁਦਾਈ ਦੀਦਾਰ ਸ਼ੁਮਾਰ ਹੈ। ਹਾਂ, ਦਾੜੀ ਬੰਦਗੀ ਮਹਾਰਾਜ ਇਹ ਜਿਹੜੀ ਦਾੜੀ ਆ ਨਾ, ਐਸਾ ਮੇਰਾ ਨਿਸ਼ਚਾ ਹੈ ਵੀ ਪਰਮੇਸ਼ਰ ਦੀ ਬੰਦਗੀ ਕਰਨ ਦੇ ਬਰਾਬਰ ਹੀ ਆ ਦਾੜੇ ਨੂੰ ਸਾਬਤ ਰੱਖਣਾ। ਦਾੜੀ ਬੰਦਗੀ ਐਨ ਖੁਦਾਏ, ਜਿਵੇਂ ਖੁਦਾ ਦੀ ਬੰਦਗੀ ਕਰੀਦੀ ਹੈ, ਕਹਿੰਦੇ ਵੀ ਉਦਾਂ ਹੀ ਦਾੜਾ ਕਾਇਮ ਰੱਖਣਾ ਹੈ। ਦਾੜਾ ਜਿਹੜਾ ਹੈ ਨਾ ਇਹਨੂੰ ਸਾਬਤ ਰੱਖਣਾ ਤੇ ਖੁਦਾਏ ਦੀਦਾਰ ਸੁਮਾਰ ਹੈ। ਤੇ ਕਹਿੰਦੇ ਦਾੜੀ ਰੱਖਣੀ ਖੁਦਾ ਦੀ ਬੰਦਗੀ ਦੇ ਬਰਾਬਰ ਹੈ, ਤੇ ਦਾੜੇ ਵਾਲੇ ਦਾ ਦਰਸ਼ਨ ਕਰਨਾ ਖੁਦਾ ਦੇ ਦਰਸ਼ਨ ਕਰਨ ਦੇ ਬਰਾਬਰ ਹੈ। ਬਗੈਰ ਦਾੜੀ ਸ਼ੈਤਾਨ ਵਿਸਾਹਸ ਨਾ। ਬਗੈਰ ਦਾੜੀ ਸ਼ੈਤਾਨ ਬੇਸਾਹਸ ਨਾ ਕਰਦਮ ਹੈ। ਕਹਿੰਦੇ ਜਿਹੜਾ ਦਾੜੀ ਤੋਂ ਬਗੈਰ ਹੈ ਨਾ, ਜਿਹਨੇ ਦਾੜਾ ਕੱਟ ਦਿੱਤਾ ਹੋਵੇ ਨਾ ਰੱਖਿਆ ਹੋਵੇ, ਦਾੜੀ ਤੋਂ ਬਗੈਰ ਤਾਂ ਕਹਿੰਦੇ ਵੀ ਬੰਦਾ ਮਰਦ ਨਹੀਂ, ਉਹ ਸ਼ੈਤਾਨ ਹੈ। ਉਹ ਸ਼ੈਤਾਨ ਦਾ ਕੋਈ ਕਹਿੰਦੇ ਵਸਾਹ ਨਹੀਂ ਕਰਦਾ, ਕੋਈ ਉਹਦਾ ਭਰੋਸਾ ਨਹੀਂ ਕਰਦਾ। ਪਰੇ ਪੰਚਾਇਤ ਦੇ ਵਿੱਚ ਲੋਕ ਜਦੋਂ ਗੱਲ ਚੱਲਦੀ ਹੋਵੇ ਨਾ, ਕਹਿੰਦੇ ਮੈਂ ਤੇਰੀ ਦਾੜੀ ਦਾ ਭਰੋਸਾ ਕੀਤਾ ਹੀ। ਉਹ ਜਿਹਦੀ ਦਾੜੀ ਨਾ ਹੋਵੇ ਤੇ ਹਾਲਾਂ ਤੀਕਰ ਵੀ ਪੰਜਾਬ ਦੇ ਵਿੱਚ ਉਹਦਾ ਭਰੋਸਾ ਨਹੀਂ ਲੋਕ ਪਰੇ ਪੰਚਾਇਤ 'ਚ ਕਰਦੇ, ਕਹਿੰਦੇ ਤੇਰੀ ਦਾੜੀ ਦਾ ਮੈਨੂੰ ਇਤਬਾਰ ਹੀ। ਤੇ ਇਹ ਕਹਿ ਰਹੇ ਹੈ ਬਗੈਰ ਦਾੜੀ ਸ਼ੈਤਾਨ ਬੇਸਾਹਸ ਨਾ ਕਰਦਮ ਹੈ, ਵੀ ਜਿਹੜਾ ਦਾੜੀ ਤੋਂ ਬਗੈਰ ਹੈ, ਦਾੜੀ ਰੱਖਣੀ ਜਿਹੜੀ ਹੈ ਇਹ ਕਹਿੰਦੇ ਵੀ ਖੁਦਾ ਦੀ ਬੰਦਗੀ ਦੇ ਬਰਾਬਰ ਹੈ। ਤੇ ਦਾੜੇ ਵਾਲੇ ਦਾ ਪ੍ਰਕਾਸ਼, ਦਾੜੇ ਵਾਲੇ ਦਾ ਦਰਸ਼ਨ ਕਰਨਾ ਅੰਮ੍ਰਿਤਧਾਰੀ ਸਿੰਘ ਦਾ ਕਹਿੰਦੇ ਖੁਦਾ ਦੇ ਦਰਸ਼ਨ ਕਰਨ ਦੇ ਬਰਾਬਰ ਹੈ। ਤੇ ਜਿਹਦੀ ਦਾੜੀ ਨਾ ਹੋਵੇ ਕਹਿੰਦੇ ਵੀ ਉਹ ਸ਼ੈਤਾਨ ਹੈ। ਸ਼ੈਤਾਨ ਉਹਨੂੰ ਕਹਿੰਦੇ ਜਿਹੜਾ ਰੱਬ ਦੇ ਨਾਲੋਂ ਤੋੜਦਾ ਹੈ, ਉਹ ਸ਼ੈਤਾਨ ਹੈ ਤੇ ਉਹਦਾ ਕੋਈ ਵਿਸ਼ਵਾਸ ਨਹੀਂ ਕਰਦਾ। ਭਾਈ ਸੁਣ ਕਰ ਸਗਲ ਸਭਾ ਬਿਸਮਾਈ। ਅੱਜ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਮੇਤ ਸਾਰੀ ਸਭਾ ਨੇ ਇਹ ਬਚਨ ਸੁਣਿਆ ਤਾਂ ਸਾਰੀ ਜਿਹੜੀ ਸਭਾ ਹੈ, ਜਿੰਨੀ ਵੀ ਸੰਗਤ ਹੈ, ਸਾਰੀ ਕਹਿੰਦੇ ਬੜੀ ਹੈਰਾਨ ਹੋ ਗਏ, ਅਚਰਜ ਹੋ ਗਈ ਵੀ ਧੰਨ ਹੈ ਮਾਈ ਵੀ ਜਿਹਨੇ ਸਾਰੀ ਉਮਰ ਮਰਦ ਦੀ ਦਾੜੀ ਨਹੀਂ ਕਹਿੰਦੇ ਫਟਕਾਰੀ, ਮਰਦ ਦੇ ਮੂੰਹ ਨੂੰ ਲਾਹਣਤ ਨਹੀਂ ਪਾਏ। ਧੰਨ ਧੰਨ ਬੋਲੇ ਤਿਸ ਤਾਂ। ਸਾਰੇ ਕਹਿੰਦੇ ਧੰਨ ਹੈ ਸਿੱਖਣੀ, ਧੰਨ ਹੈ ਮਾਈ ਵੀ ਜਿਹਨੇ ਐਸਾ ਪ੍ਰਣ ਨਿਭਾਇਆ ਹੈ। ਤਬ ਸਤਿਗੁਰ ਭਾਖਿਓ ਤਿਸ ਹੇਰੀ। ਉਸ ਬੀਬੀ ਨੂੰ ਵੇਖ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਧੰਨ ਪ੍ਰਤੀਤ ਹਿਰਦੈ ਆਸ ਤੇਰੀ। ਪਾਤਸ਼ਾਹ ਕਹਿੰਦੇ ਹੈ ਧੀਏ, ਹੈ ਸਿੱਖਣੀਏ, ਧੰਨ ਹੈ ਤੇਰਾ ਇਹੋ ਜਿਹਾ ਦਿਲ ਦੇ ਵਿੱਚ ਭਰੋਸਾ ਐਸੀ ਪ੍ਰਤੀਤ ਵੀ ਜੋ ਮਰਦ ਦੀ ਦਾੜੀ ਦਾ ਤੂੰ ਇੰਨਾ ਸਤਿਕਾਰ ਕਰਦੀ ਹੈ, ਮੂੰਹ ਨਹੀਂ ਫਟਕਾਰਦੀ, ਫਿੱਟੇ ਮੂੰਹ ਨਹੀਂ ਕਹਿੰਦੇ। ਫਾਰਸੀ
ਸਿੱਖੋ ਦਾੜੀ ਤਾਰੀਫ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਵੀ ਕਹਿਣ ਲੱਗੇ, ਪਾਤਸ਼ਾਹ ਕਹਿੰਦੇ ਹੈ ਸਿੱਖੋ ਦਾੜੀ ਤਾਰੀਫ, ਦਾੜੀ ਦੀ ਤਾਰੀਫ ਸੁਣੋ। ਕੇਸ਼ ਸ਼ੁਮਾਰ ਬਾਲ ਤਣੈ। ਵੀ ਜਿਹੜੇ ਕੇਸ ਨੇ ਨਾ, ਉਹ ਕੇਸ ਤਾਂ ਭਾਵੇਂ ਕਹਿੰਦੇ ਜਦੋਂ ਬੱਚਾ ਬਾਲਕ ਹੀ ਹੁੰਦਾ ਹੈ, ਸਿਰ ਤੇ ਤਾਂ ਉਦੋਂ ਵੀ ਆ ਜਾਂਦੇ ਆ, ਪਰ ਕੱਲੇ ਸਿਰ ਦੇ ਕੇਸਾਂ ਨਾਲ ਨਹੀਂ ਅਸੀਂ ਖੁਸ਼ ਹੁੰਦੇ ਜਿੰਨਾ ਚਿਰ ਦਾੜਾ ਨਾ ਹੋਵੇ। ਕਹਿੰਦੇ ਦਾੜਾ ਨਾ ਜੇ ਕੋਈ ਰੱਖੇ ਉਹਨਾਂ ਚਿਰ ਸਾਡੀ ਖੁਸ਼ੀ ਨਹੀਂ ਹੁੰਦੀ। ਇਸ ਕਰਕੇ ਗੁਰ ਸਿੱਖੋ, ਸਿੱਖੋ ਦਾੜੀ ਤਾਰੀਫ, ਕੇਸ਼ ਸੁਮਾਰ ਬਾਲ ਤਣੈ। ਕੇਸ ਤਾਂ ਕਹਿੰਦੇ ਬੱਚੇ ਦੇ ਵੀ ਆ ਹੀ ਜਾਂਦੇ ਆ ਸਿਰ ਦੇ, ਪਰ ਜਿਹੜੀ ਦਾੜੀ ਦੀ ਤਾਰੀਫ ਹੈ, ਜਿਸ ਦੇ ਆਇਆ ਆਦਮੀ ਮਰਦ ਕਹਾਉਂਦਾ ਹੈ। ਦਾੜਾ ਆਵੇ ਫੇਰ ਹੀ ਮਰਦ ਕਹਿੰਦੇ, ਜਿਹਦੇ ਦਾੜਾ ਨਾ ਆਵੇ ਉਹ ਬੜੇ ਯਤਨ ਕਰਦਾ ਏ ਤੇ ਬੜਾ ਹੀਨ ਭਾਵ ਮਹਿਸੂਸ ਕਰਦਾ ਏ। ਇਸ ਕਰਕੇ ਜਿਹੜਾ ਦਾੜਾ ਹੈ, ਦਾੜੇ ਦੀ ਤਾਰੀਫ ਹੈ, ਸਾਰੀਆਂ ਦਾੜੇ ਦੀਆਂ ਹੀ ਬਖਸ਼ਾਂ ਹਨ। ਬਗੈਰ ਦਾੜੀ ਬਦਨ ਚਸ਼ਮ ਨਾ ਦੀਦ ਮੈਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਨਿਸ਼ਚਾ ਦੱਸਦੇ ਨੇ। ਕਲਗੀਧਰ ਸਾਹਿਬ ਕਹਿੰਦੇ ਬਗੈਰ ਦਾੜੀ, ਜਿਹੜਾ ਦਾੜੀ ਤੋਂ ਬਗੈਰ ਹੈ ਨਾ ਬਦਨ ਚਿਹਰਾ, ਚਸ਼ਮ ਨਾ ਦੀਦ ਮੈਂ, ਉਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਣਾ ਪਸੰਦ ਨਹੀਂ ਕਰਦੇ। ਜਿਹੜੇ ਦਾੜੀ ਜੀ ਮਨਾ ਦਿੰਦੇ ਨੇ ਨਾ, ਕਹਿ ਦਿੰਦੇ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਤੇ ਰਗੜ ਕੇ ਦਾੜੀ ਮਨਾਈ ਹੁੰਦੀ ਵੀ ਇਹਦੇ ਨਾਲ ਮਨ ਜ਼ਿਆਦਾ ਸਾਫ਼ ਹੋਊ ਹੁਣ ਤੇਰਾ। ਪਾਤਸ਼ਾਹ ਜੀ ਦਾ ਬਚਨ ਹੈ, ਵੇਖੋ ਕਲਗੀਧਰ ਜੀ ਦਾ, ਕਹਿੰਦੇ ਬਗੈਰ ਦਾੜੀ ਬਦਨ ਚਮਸ਼ ਨਾ ਦੀਦ ਮੈਂ। ਜਿਸ ਦੇ ਦਾੜਾ ਨਹੀਂ ਆਇਆ ਚਿਹਰੇ ਤੇ, ਜਿਹਨੇ ਦਾੜਾ ਰੱਖਿਆ ਨਹੀਂ ਹੈ, ਬਗੈਰ ਦਾੜੀ ਵਾਲਾ ਮੂੰਹ ਸਾਹਿਬ ਜੀ ਕਹਿੰਦੇ ਵੀ ਅਸੀਂ ਵੇਖਣਾ ਪਸੰਦ ਨਹੀਂ ਕਰਦੇ। ਦਾੜੀ ਮੁੰਨਾ ਜਿਹੜਾ ਹੈ ਉਹ ਸਾਡੇ ਮੱਥੇ ਨਾ ਲੱਗੇ, ਸਾਨੂੰ ਬਿਲਕੁਲ ਨਹੀਂ ਚੰਗਾ ਲੱਗਦਾ। ਚੌਪਈ ਐਮ ਸਤਿਗੁਰ ਕਰ ਬਚਨ ਬਿਲਾਸਾ। ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਬਚਨ ਬਿਲਾਸ ਕੀਤੇ, ਤੇ ਫਿਰ ਉਹ ਬੀਬੀ ਨੂੰ ਕਹਿਣ ਲੱਗੇ, ਬੇਟਾ ਇਉਂ ਕਰ ਵੀ ਜਿੱਥੇ ਬੋੜ ਹੈ ਨਾ ਸੁੱਕਾ, ਉੱਥੇ ਚਲੀ ਜਾ ਹੁਣ। ਕਿਉਂਕਿ ਸਾਹਿਬਾਂ ਨੇ ਇਸ ਕਰਕੇ ਪੁੱਛਿਆ ਵੀ ਜਿਹੜੀ ਕੋਈ ਔਰਤ ਇਹੋ ਜਿਹੀ ਹੈ ਜਿਹਨੇ ਮਰਦ ਦਾ ਦਾੜਾ ਨਾ ਫਟਕਾਰਿਆ ਹੋਵੇ, ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਤੇ ਸਾਹਿਬ ਕਹਿੰਦੇ ਵੀ ਜਦੋਂ ਉਹ ਬੱਚੀ ਉੱਠੀ ਸਿੱਖਣੀ, ਸਤਿਗੁਰੂ ਕਹਿੰਦੇ ਬੋੜ ਦੇ ਹੇਠਾਂ ਜਾ ਕੇ ਪਰਦਾ ਕਰਕੇ ਉੱਥੇ ਇਸ਼ਨਾਨ ਕਰ, ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ, ਉਹ ਬੋੜ ਹਰਿਆ ਹੋ ਜਾਵੇਗਾ। ਉਸੇ ਤਰ੍ਹਾਂ ਹੀ ਕੀਤਾ ਸਾਧ ਸੰਗਤ ਤੋਂ ਮਾਈ ਨੇ, ਜਿਹਨੇ ਸਾਰੀ ਉਮਰ ਮਰਦ ਦਾ ਚਿਹਰਾ ਨਹੀਂ ਸੀ ਫਟਕਾਰਿਆ, ਮਰਦ ਦਾ ਚਿਹਰਾ ਨਹੀਂ ਸੀ ਫਟਕਾਰਿਆ, ਗੁਰਾਂ ਦਾ ਹੁਕਮ ਮੰਨਿਆ। ਹੁਣ ਵੀ ਜਾਓ ਕਦੇ ਸ਼ਹੀਦੀ ਬਾਗ ਦਰਸ਼ਨ ਕਰੋ, ਬੋੜ ਹੁਣ ਵੀ ਹੈਗਾ ਏ। ਉਹ ਜਿਹੜਾ ਬੋੜ ਹੈ ਆਨੰਦਪੁਰ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਦੇ ਵਿੱਚ ਹਜੇ ਵੀ ਹਾਜ਼ਰ ਹੈ। ਉੱਥੇ ਇਤਿਹਾਸ ਵੀ ਉਹ ਸਾਰਾ ਉਸੇ ਤਰ੍ਹਾਂ ਲਿਖਿਆ ਏ। ਤੇ ਜਦੋਂ ਉਸ ਬੀਬੀ ਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕਰਕੇ ਫਤਿਹ ਬੁਲਾਈ, ਮਹਾਰਾਜ ਦੀ ਐਸੀ ਕਲਾ ਵਰਤੀ ਵੀ ਜਿਹੜਾ ਸੁੱਕਾ ਹੋਇਆ ਬੋੜ ਸੀ ਉਸੇ ਵੇਲੇ ਹਰਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਐਡੀ ਸ਼ਕਤੀ ਉਸ ਬੀਬੀ ਦੇ ਇਸ਼ਨਾਨ ਕਰਕੇ ਬਾਣੀ ਪੜ੍ਹਨ ਦੇ ਵਿੱਚ ਵੀ ਸੁੱਕੀਆਂ ਹੋਈਆਂ ਬੋੜ ਦੀਆਂ ਜੜ੍ਹਾਂ ਵੀ ਹਰੀਆਂ ਹੋ ਗਈਆਂ। ਟਹਿਣਾ ਸੁੱਕਾ ਹੋਵੇ, ਕੋਈ ਉੱਪਰੋਂ ਦਰਖਤ ਨੂੰ ਸੋਕਾ ਪਵੇ, ਬਚਾਅ ਹੋ ਸਕਦਾ। ਜਿਹਦੀਆਂ ਜੜ੍ਹਾਂ ਸੁੱਕ ਜਾਣ ਉਹ ਨਹੀਂ ਹਰਾ ਹੋ ਸਕਦਾ, ਪਰ ਸੁੱਕੀਆਂ ਜੜ੍ਹਾਂ ਵੀ ਹਰੀਆਂ ਹੋ ਗਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਸ਼ਨਾਨ ਕੀਤਾ, ਤੇ ਨਾਲ ਸਤਿਗੁਰਾਂ ਨੇ ਇਹ ਉਪਦੇਸ਼ ਵੀ ਦਿੱਤਾ ਵੀ ਵੇਖ ਲਓ ਮਾਈਓ, ਇਹ ਬੀਬੀ ਨੇ ਜੇ ਮਰਦ ਦਾ ਚਿਹਰਾ ਨਹੀਂ ਫਟਕਾਰਿਆ ਤਾਂ ਇਹਦੇ ਵਿੱਚ ਕਿੰਨੀ ਸ਼ਕਤੀ ਆਈ ਹੈ ਵੀ ਇਹਨੇ ਸੁੱਕਾ ਬੋੜ ਵੀ ਹਰਾ ਕਰ ਦਿੱਤਾ ਏ। ਜੇ ਤੁਸੀਂ ਵੀ ਐਸਾ ਨੇਮ ਨਿਭਾਓ ਤਾਂ ਤੁਹਾਡੇ ਅੰਦਰ ਵੀ ਕੈਸੀ ਪਰਮੇਸ਼ਰ ਦੀ ਸ਼ਕਤੀ ਵਰਤੇ, ਪਰਮੇਸ਼ਰ ਦੀ ਕਲਾ ਵਰਤੇ। ਫਿਰ ਕਿਸੇ ਅੱਗੇ ਬਾਬੇ ਅੱਗੇ ਜਾ ਕੇ ਤਵੀਤ ਕਰਾਉਣ ਦੀ ਲੋੜ ਥੋੜਾ ਪਵੇ ਮਾਈਆਂ ਨੂੰ ਵੀ ਮੇਰਾ ਬੱਚਾ ਨਹੀਂ ਆਖੇ ਲੱਗਦਾ, ਮੇਰਾ ਘਰ ਦਾ ਨਹੀਂ ਲੱਗਦਾ, ਫਲਾਨਾ ਕੰਮ ਨਹੀਂ ਬਣਦਾ। ਜੇ ਆਪਣਾ ਜੀਵਨ ਐਸਾ ਬਣ ਜੇ, ਉਹਦੇ ਵਿੱਚ ਸ਼ਕਤੀ ਐਸੀ ਆਵੇਗੀ ਵੀ ਸਾਰੇ ਆਪਣੇ ਆਪ ਹੀ ਉਹਦੇ ਕੰਟਰੋਲ, ਉਹਦੇ ਕਾਬੂ ਵਿੱਚ ਆ ਜਾਣਗੇ। ਇੱਦਾਂ ਦਾ ਜਦੋਂ ਕੌਤਕ ਹੋਇਆ, ਸੰਗਤ ਵੀ ਹੈਰਾਨ ਹੋ ਗਈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਰੀ ਸੰਪੂਰਨ ਸੰਗਤ ਆਸਾ, ਜਿੰਨੀਆਂ ਹੋਰ ਸੰਗਤਾਂ ਸਨ ਉਹਨਾਂ ਦੀਆਂ ਵੀ ਆਸਾਂ ਪੂਰੀਆਂ ਕਰਤੀਆਂ। ਜਿਨ੍ਹਾਂ ਬੇਨਤੀ ਕੀਤੀ ਸੀ ਮਹਾਰਾਜ ਬੋੜ ਹਰਾ ਕਰਦੇ, ਉਹਨਾਂ ਦੀ ਵੀ ਆਸਾਂ ਪੂਰੀ ਕਰ ਦਿੱਤੇ। ਇੱਕ ਦਿਨ ਆਨੰਦਪੁਰ ਰਹਿ ਇਹਦਾ ਕਈ ਦਿਨ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਰਹਿ ਕਰਕੇ ਭਈ ਵਿਦਾ ਪੁਨ ਬੇਨਤੀ ਕਹਿ ਸੰਗਤਾਂ ਬੇਨਤੀਆਂ ਕਹਿ ਕੇ ਅਰਦਾਸਾਂ ਕਰਕੇ ਮਹਾਰਾਜ ਨੂੰ
ਮਿਲਿਆ ਹੋ ਗਈਆਂ। वे बाहुल खंडे की केते कई गुरु के प्यारे सिख खंडे बाटे दा अमृत छक के त्यार बुर त्यार खालसे सज गए। आजुद धार गुरु हर खेते शस्त्र धार के ते गुरु कलगीधर महाराज दीयां खुशियां लईਆਂ ने। ਜਿਹੜਾ ਸ਼ਸਤਰ ਧਾਰਦਾ गुरु गोबिंद सिंह महाराज ਉਹਦੇ ਤੇ ਬਹੁਤਾ ਹੀ ਖੁਸ਼ ਹੁੰਦੇ ਹਨ। ले सिर पाओ आवास सिधाए ਆ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲੋਂ ਸਿਰਪਾਓ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। जस को चरत जित जित जाए ਤੇ ਜਿੱਥੇ ਕਿੱਥੇ ਵੀ ਗੁਰਸਿੱਖ ਜਾਂਦੇ ਨੇ ਕਲਗੀਧਰ ਮਹਾਰਾਜ ਦਾ ਜਾਸੀ ਉਚਾਰਦੇ ਜਾਂਦੇ, ਗੁਰਾਂ ਦੇ ਗੁਣ ਗਾਉਂਦੇ ਜਾਂਦੇ ਹਨ। जे मामद तिम खर्च विसाला ਇਸ ਤਰ੍ਹਾਂ ਜਿਵੇਂ ਮਹਾਰਾਜ ਦੇ ਸੰਗਤ ਆ ਰਹੀ ਆ, ਮਾਇਆ ਆ ਰਹੀ, ਜਿਵੇਂ ਮਾਇਆ ਤੇ ਹੋਰ ਪਦਾਰਥ ਆਉਂਦੇ ਨੇ ਉਵੇਂ ਕਹਿੰਦੇ ਗੁਰੂ ਘਰ ਦਾ ਖਰਚ ਵੀ ਤਗੜਾ ਹੀ ਚੱਲ ਰਿਹਾ। गुर के घर होवत सब काला ਗੁਰੂ ਮਹਾਰਾਜ ਦੇ ਘਰ ਦੇ ਵਿੱਚ ਹਰ ਸਮੇਂ ਜਿੰਨੀ ਕਹਿੰਦੇ ਆਮਦਨ ਹੈ, ਪਾਪ ਜਿੰਨਾ ਚੜਾਵਾ ਹੈ, ਉਹਨਾਂ ਹੀ ਕਹਿੰਦੇ ਸੰਗਤਾਂ ਤੇ ਖਰਚੀ ਜਾਂਦੇ ਨੇ ਮਹਾਰਾਜ। ਗੁਰੂ ਕਲਗੀਧਰ ਸਾਹਿਬ ਜੀ ਸਭ ਸਮੇਂ ਜੋ ਕੁਝ ਵੀ ਆਉਂਦਾ ਹੈ, ਜਿੰਨੀ ਮਾਇਆ ਆਉਂਦੀ ਹੈ, ਉਹ ਉਸੇ ਤਰ੍ਹਾਂ ਖਰਚ ਵੀ ਤਗੜਾ ਚੱਲਦਾ, ਕਿਉਂਕਿ ਸਤਿਗੁਰਾਂ ਨੇ ਜਮ੍ਹਾਂ ਕਰਨ ਦਾ ਕੋਈ ਖਿਆਲ ਨਹੀਂ ਕੀਤਾ। ਸੰਗਤ ਦੇ ਲਈ ਖੁੱਲ੍ਹੇ ਮਹਾਰਾਜ ਪਦਾਰਥ ਬਣਾਉਂਦੇ ਨੇ, ਸਿੰਘਾਂ ਦੇ ਲਈ ਤਨਖਾਹਾਂ ਦੇਣੀਆਂ, ਸ਼ਸਤਰ ਘੋੜੇ ਖਰੀਦਣੇ, ਇਹ ਤੇ ਆਦਿਕ ਖੁੱਲ੍ਹਾ ਹੀ ਖਰਚ ਹੈ ਤੇ ਖੁੱਲ੍ਹੀ ਹੀ ਆਮਦਨ ਹੈ। ਸਤਿਗੁਰੂ ਮਹਾਰਾਜ ਸਾਹਿਬ ਨਵੀਂ ਸਾਖੀ ਆਰੰਭ ਹੋਵੇਗੀ, ਉਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਬੜੀ ਪਰਮ ਪਿਆਰੀ ਸਿੱਖਿਆ ਸਾਨੂੰ ਬਖਸ਼ੀ ਹੈ। ਕੋਈ ਸਾਖੀ ਹੁੰਦੀ ਹੈ ਨਾ, ਜਦੋਂ ਉਹ ਕਿਸੇ ਇੱਕ ਨੂੰ ਬਹਾਨਾ ਬਣਾ ਕੇ ਕਈ ਸੁਣਾਈ ਜਾਂਦੀ ਹੈ, ਪਰ ਉਪਦੇਸ਼ ਸਾਰਿਆਂ ਲਈ ਸਾਂਝਾ ਹੁੰਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇੱਕ ਨੂੰ ਸੰਬੋਧਨ ਕਰਕੇ ਦੱਸਦੇ ਨੇ, ਪਰ ਹੁੰਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ। ਸਾਂਝਾ ਕੀ ਹੈ ਵੀ ਜਿੱਥੇ ਬੀਬੀਆਂ ਨੂੰ ਮਹਾਰਾਜ ਨੇ ਇੱਕ ਇਸ਼ਾਰਾ ਕਰ ਦਿੱਤਾ, ਉਸ ਬੀਬੀ ਦੇ ਜਿਹੜੇ ਇਹ ਕੌਤਕ ਦੇ ਅਧੀਨ ਆ ਵੀ ਮਰਦ ਦਾ ਮੂੰਹ ਨਹੀਂ ਫਟਕਾਰਨਾ, ਉੱਥੇ ਨਾਲ ਬੰਦੇ ਨੂੰ ਵੀ ਸਿੱਖਿਆ ਵੀ ਇਹ ਨਹੀਂ ਵੀ ਤੁਸੀਂ ਉਹਨਾਂ ਨੂੰ ਭੈੜੀਆਂ ਭੈੜੀਆਂ ਗਾਲਾਂ ਕੱਢਦੇ ਰਹੋ। ਲਫ਼ਜ਼ ਚੰਗੇ ਹੀ ਬੋਲਣੇ ਨੇ ਸਾਰਿਆਂ ਨੇ, ਕਿਉਂਕਿ ਬਹੁਤ ਭੈੜੇ ਤੋਂ ਭੈੜਾ ਲਫ਼ਜ਼ ਲੋਕ ਬੋਲਦੇ ਆ। ਬਾਹਰੋਂ ਕੰਮ ਤੋਂ ਅੱਕੇ ਸੜੇ ਆਏ ਸਾਰਾ ਗੁੱਸਾ ਘਰੇ ਕੱਢ ਦਿੰਦੇ ਆ। ਉਧਰੋਂ ਮਾਈਆਂ ਵੀ ਜੇ ਘਰ ਦੇ ਕੋਈ ਕੰਮ ਵਿਗੜੇ ਉਹ ਬਾਹਰ ਵਾਲੇ ਤੇ ਕੱਢ ਦਿੰਦੀਆਂ। ਦੋਵਾਂ ਨੂੰ ਮਹਾਰਾਜ ਨੂੰ ਸਾਂਝਾ ਜਿਹਾ ਉਪਦੇਸ਼ ਹੈ ਵੀ ਪਿਆਰ ਦਾ ਹੀ ਵਚਨ ਰੱਖੋ, ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਦੇ ਨਾਲ ਸਾਧ ਸੰਗਤ ਕਦੀ ਵੀ ਸੁੱਖ ਤੇ ਖੁਸ਼ੀ ਨਹੀਂ ਮਿਲਦੀ। ਆਓ ਸਤਿਗੁਰੂ ਮਹਾਰਾਜ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਸਤਿਗੁਰੂ ਦੀ ਰਹਿਮਤ ਹੁੰਦੀ ਹੈ ਜੇ ਰਲ ਮਿਲ ਕੇ ਆਖੀਏ ਵਾਹਿਗੁਰੂ 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 वाहेगुरु 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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ हे समराथ अगम पूरन मोहे मया ਤਾਰ अंधकूप महापयान नानक पार ਉਤਾਰ आए प्रभ शरणागति कृपा निध ਦਇਆਲ एक अकर हर मन बसत ਨਾਨਕ ਹੋਤ ਨਿਹਾਲ निता व्रत होत है ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਦਾ ਜੀ ਕਰੇ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਭਾਵੇਂ ਨਿਹਾਲ ਜਾਵੇ ਸ੍ਰੀ ਅਕਾਲ। ਸ੍ਰੀ ਅਕਾਲ ਤੇ ਫਤਿਹ ਗੁਰੂ ਖਾਲਸੇ ਜੀ ਹਰ ਗੁਰਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ